राज सिंह जी ਨੂੰ ਸਾਡੇ ਅੱਜ ਦੀ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਹੈ। ਵਿਸ਼ੇਸ਼ ਤੌਰ ਤੇ ਮੈਂ ਖੁਜਾਰਥੀਆਂ ਨੂੰ ਦੱਸਣਾ ਚਾਹੁੰਦਾ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਡਾਕਟਰ ਸਾਹਿਬਾਨ ਹੁੰਦੇ ਨੇ ਉਹਨਾਂ ਦਾ ਕਿਤਾਬਾਂ ਦੇ ਨਾਲ ਬਹੁਤਾ ਲੈਣ ਦੇਣ ਨਹੀਂ ਹੁੰਦਾ, ਸਿਰਫ ਉਹ ਆਪਣਾ ਚੈੱਕ ਕਰਦੇ ਨੇ, ਦਵਾਈਆਂ ਲਿਖਦੇ ਨੇ ਤੇ ਆਪਣਾ ਪੈਸੇ ਦੇ ਨਾਲ ਮਾੜੀ ਮੋਟੀ ਐਸ਼ ਕਰਦੇ ਆ। ਆਪਾਂ ਨੂੰ ਪਤਾ ਜੋ ਡਾਕਟਰ ਇਸ ਵੇਲੇ ਕਰ ਰਹੇ ਨੇ, ਪਰ ਡਾਕਟਰ ਸਵਰਾਜ ਵਾਹਿਦ ਇੱਕ ਐਸੇ ਡਾਕਟਰ ਨੇ ਔਰ ਜਿਨ੍ਹਾਂ ਨੂੰ ਸਮਾਜ ਦੇ ਨਾਲ ਬਹੁਤ ਜ਼ਿਆਦਾ ਸਨੇਹ ਹੈ, ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੁੰਦੇ ਨੇ, ਸਮਝ ਕੇ ਕੋਈ ਉਹਦਾ ਹੱਲ ਦੇਣਾ ਚਾਹੁੰਦੇ ਨੇ। ਖਾਸ ਤੌਰ 'ਤੇ ਜੇ ਆਪਾਂ ਕਹੀਏ ਕਿ ਸਿੱਖ ਇਨਕਲਾਬ ਦੀ ਗੱਲ ਜਦੋਂ ਕਰਦੇ ਆ ਤਾਂ ਉਹਦੇ ਵਿੱਚ ਸਾਡੇ ਗੁਰੂਆਂ, ਸਾਡੇ 10 ਗੁਰੂ ਸਾਹਿਬਾਨ ਦੀ ਜੋ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ, ਉਹਦੇ ਉਸ ਫਲਸਫੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਔਰ ਜਿਹਦੀ ਇਸ ਸਮੇਂ ਦੇ ਵਿੱਚ ਉਸ ਫਲਸਫੇ ਦੇ ਜਿਹੜੀ ਇਨਕਲਾਬੀਅਤ ਹੈ ਉਹਨੂੰ ਸਮਝ ਕੇ, ਉਸ ਨੂੰ ਉਹਦੀ ਭਾਵਨਾ ਨੂੰ ਸਮਝ ਕੇ ਅੱਗੇ ਲੈ ਕੇ ਸਮਾਜ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਸਮਾਜ ਨੂੰ ਅੱਗੇ ਕਿਵੇਂ ਲਿਆਇਆ ਜਾ ਸਕਦਾ ਹੈ, ਉਹਦੇ ਨਾਲ ਅਕਸਰ ਜੁੜ ਕੇ ਆਪਣੀ ਗੱਲ ਕਰਦੇ ਆ। ਔਰ ਖਾਸ ਤੌਰ 'ਤੇ ਜੋ ਮਾਰਕਸਿਜ਼ਮ ਤੇ ਸਿੱਖੀ ਦਾ ਸੁਮੇਲ ਹੈ ਔਰ ਉਸ ਸੁਮੇਲ ਦੇ ਵਿੱਚੋਂ ਕਿਸ ਤਰ੍ਹਾਂ ਦਾ ਨਵਾਂ ਪ੍ਰੋਗਰਾਮ ਨਿਕਲ ਸਕਦਾ ਹੈ, ਉਸ ਪ੍ਰੋਗਰਾਮ ਦੇ ਉੱਤੇ ਵੀ ਉਹ ਅਕਸਰ ਜਿਹੜੇ ਨੇ ਆਪਣਾ ਜ਼ੋਰ ਦਿੰਦੇ ਆ। ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਵੇਂ ਭਿੱਖੀ ਸਾਹਿਬ ਨੇ ਕਿਹਾ ਸੀਗਾ, ਵਿਸ਼ਵ ਚਿੰਤਕ ਨੇ, ਵਿਸ਼ਵ ਦੀਆਂ ਜੋ ਵੱਖ-ਵੱਖ ਸਮੱਸਿਆਵਾਂ ਨੇ, ਸਰਮਾਏਦਾਰੀ ਦੀਆਂ ਸਮੱਸਿਆਵਾਂ ਨੇ, ਸਾਮਰਾਜ ਦੀਆਂ ਜੋ ਮੌਜੂਦਾ ਦਿੱਕਤਾਂ ਨੇ, ਉਹਨਾਂ ਦੇ ਉੱਤੇ ਸਦਾ ਉਹ ਉਂਗਲ ਰੱਖਦੇ ਆਪਣੇ ਲੇਖਾਂ ਦੇ ਰਾਹੀਂ, ਆਪਣੇ ਪ੍ਰਵਚਨਾਂ ਦੇ ਰਾਹੀਂ। ਸੋ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਦਾ ਪ੍ਰਵਚਨ ਅੱਜ ਵੀ ਹੋਏਗਾ। ਔਰ ਮੈਂ ਇੱਕ ਜ਼ਰੂਰ, ਕਿਉਂਕਿ ਅਸੀਂ ਇਹ ਪ੍ਰੋਗਰਾਮ ਸੰਤ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਕੀਤਾ ਹੈ, ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਹੈ, ਸੋ ਉਹਨਾਂ ਬਾਰੇ ਵੀ ਉਹਨਾਂ ਤੋਂ ਅਸੀਂ ਤਵੱਕੋ ਕਰਾਂਗੇ ਕਿ ਉਹਨਾਂ ਦੀ ਫਿਲਾਸਫੀ ਬਾਰੇ ਵੀ ਚੰਦ ਸ਼ਬਦ ਜਿਹੜੇ ਨੇ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਨਗੇ। ਡਾਕਟਰ ਸਵਰਾਜ ਸਿੰਘ। ਪਹਿਲਾਂ ਤਾਂ ਮੈਂ ਡਾਕਟਰ ਲਕਸ਼ਮੀ ਨਾਰਾਇਣ ਭਿੱਖੀ ਉਹਨਾਂ ਨੂੰ ਵਧਾਈ ਦਿੰਦਾ ਕਿ ਬਹੁਤ ਹੀ ਉਹਨਾਂ ਨੇ ਵਧੀਆ ਜਿਹੜੀ ਪੇਸ਼ਕਾਰੀ ਹੈ ਪੁਸਤਕ ਬਾਰੇ। ਔਰ ਉਸ ਤੋਂ ਬਾਅਦ ਫਿਰ ਰਤਨ ਸਾਹਿਬ ਨੇ ਪੁਸਤਕ ਦੀ ਜਿਹੜੀ ਉਹਨਾਂ ਦੀ ਪੇਸ਼ਕਾਰੀ ਦੇ ਉੱਪਰ ਆਪਣੇ ਕਮੈਂਟਸ ਦਿੱਤੇ ਆ, ਉਹ ਵੀ ਬਹੁਤ ਆਲਾ ਪੱਧਰ ਦੇ ਨੇ। ਤੋਂ ਇਸ ਕਰਕੇ ਕਾਫੀ ਕੁਝ ਤੁਸੀਂ ਪੁਸਤਕ ਬਾਰੇ ਤਾਂ ਜਾਣ ਲਿਆ। ਤੇ ਮੈਂ ਪੁਸਤਕ ਤੱਕ ਨਹੀਂ ਸੀਮਿਤ ਰਹਾਂਗਾ। ਮੈਂ ਬੇਸ਼ੱਕ ਪੁਸਤਕ ਦੇ ਜਿਹੜੇ ਵਿਸ਼ੇ ਆ ਪਰ ਉਹਨਾਂ ਦਾ ਮੈਂ ਥੋੜ੍ਹਾ ਪਸਾਰ ਵੀ ਕਰਨਾ ਚਾਹਾਂਗਾ ਔਰ ਉਹਦੀ ਜਿਹੜੀ ਹੁਣ ਦੇ ਸਮੇਂ ਦੇ ਵਿੱਚ ਕੀ ਸਾਰਥਕਤਾ ਇਹਨਾਂ ਮਸਲਿਆਂ ਦੀ ਪੰਜਾਬ ਵਾਸਤੇ ਜਾਂ ਸੰਸਾਰ ਵਾਸਤੇ ਥੋੜ੍ਹਾ ਬਹੁਤਾ ਉਹਦੀ ਵੀ ਤੁਹਾਡੇ ਨਾਲ ਗੱਲ ਕਰਾਂਗਾ। ਪਰ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਅਸੀਂ ਥੋੜ੍ਹੀ ਜਿਹੀ ਭਗਤ ਨਾਮਦੇਵ ਜੀ ਬਾਰੇ ਵੀ ਗੱਲ ਕਰੀਏ, ਕਿਉਂਕਿ ਅੱਜ ਅਸੀਂ ਜਿਹੜਾ ਵਿਸ਼ੇਸ਼ ਤੌਰ 'ਤੇ ਜਿਹੜਾ ਇਹ ਪ੍ਰੋਗਰਾਮ ਹੈ ਅੱਜ ਦਾ ਉਹਨਾਂ ਨੂੰ ਸਮਰਪਿਤ ਕੀਤਾ ਹੈਗਾ। ਤੋ ਭਗਤ ਨਾਮਦੇਵ ਜਿਵੇਂ ਤੁਸੀਂ ਜਾਣਦੇ ਹੋ ਮਹਾਰਾਸ਼ਟਰ ਦੇ ਵਿੱਚ ਜਿਹੜਾ ਹੈ ਨਰਸੀ ਜਿਹੜਾ ਇੱਕ ਜਗ੍ਹਾ ਪਿੰਗੋਲੀ ਹੈ ਜੀ, ਜਿਹੜਾ ਜ਼ਿਲ੍ਹਾ ਮਹਾਰਾਸ਼ਟਰ ਦਾ, ਉੱਥੇ ਉਹਨਾਂ ਦਾ ਜਿਹੜਾ ਜਨਮ ਹੋਇਆ। ਔਰ ਚਲੋ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਕਹੀਏ ਕਿ ਅਸੀਂ ਜਾ ਕੇ ਉਸ ਜਗ੍ਹਾ ਦੇ ਦਰਸ਼ਨ ਵੀ ਕੀਤੇ ਆ। ਤੋ ਭਗਤ ਨਾਮਦੇਵ ਦੀ ਇੱਕ ਹੋਰ ਜਿਹੜੀ ਵਿਲੱਖਣਤਾ ਹੈਗੀ ਕਿ ਮਹਾਰਾਸ਼ਟਰ ਦੇ ਵਿੱਚ ਜਨਮੇ, ਲੇਕਿਨ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਸਮਾਂ ਜਿਹੜਾ ਗੁਜ਼ਾਰਿਆ, ਬਹੁਤ ਸਮਾਂ ਘੁਮਾਣ ਪਿੰਡ ਹੈ ਉੱਥੇ ਆ ਉਹਨਾਂ ਨੇ ਕਾਫੀ ਸਮਾਂ ਜਿਹੜਾ ਕੋਈ ਕਹਿੰਦੇ 18 ਸਾਲ ਦੇ ਲਗਭਗ ਉਹ ਮਤਲਬ ਤੋਂ ਇਹ ਪੰਜਾਬ ਵਾਸਤੇ ਜਿਹੜੀ ਬੜੇ ਮਾਣ ਦੀ ਗੱਲ। ਮਰਾਠੀ ਜਿਹੜੇ ਇਹਦੇ ਸੰਤ ਔਰ ਕਵੀ ਉਹ ਇੱਥੇ ਮਤਲਬ ਜਿਹੜਾ ਪੰਜਾਬ ਨੂੰ ਉਹਨਾਂ ਨੇ ਇੰਨਾ ਸਮਾਂ ਦਿੱਤਾ ਆਪਣਾ। ਤੋ ਉਹ ਇੱਕ ਭਗਤੀ ਲਹਿਰ ਦੇ ਜਿਹੜੇ ਨੇ ਪ੍ਰਤੀਨਿਧ ਨੇ ਬਹੁਤ ਵੱਡੇ, ਜਿੱਦਾਂ ਜੇ ਆਪਾਂ ਕਹੀਏ ਕਿ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ, ਉਹਨਾਂ ਦੇ ਜਿਹੜਾ ਜੇ ਆਪਾਂ ਕੈਟੇਗਰੀ 'ਚ ਕਹੀਏ ਕਿ ਜਿੰਨੇ ਭਗਤ ਨੇ ਇਹਨਾਂ ਦੀ ਬਹੁਤ ਵੱਡੀ ਦੇਣ। ਮੈਂ ਕਹਿੰਦਾ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ 3 ਮਤ ਆ ਜਾਂਦੇ ਨੇ ਮੁੱਖ, ਤੋ ਇੱਕ ਭਗਤੀ ਮਤ, ਇੱਕ ਸੂਫੀ ਮਤ ਤੇ ਗੁਰਮਤ।
ਭਗਤੀ ਮਤ ਇੱਕ ਬਹੁਤ ਵੱਡਾ ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਤਿੰਨ ਫਿਲਾਸਫੀਆਂ, ਮੁੱਖ ਫਿਲਾਸਫੀਆਂ ਤੋਂ ਜਿਹੜਾ ਫਲਸਫਾ ਹੈਗਾ। ਲੇਕਿਨ ਇਹ ਤਿੰਨੇ ਜਿਹੜੇ ਨੇ, ਚਾਹੇ ਭਗਤੀ ਮਤ ਹੈ, ਚਾਹੇ ਸੂਫੀ ਮਤ ਹੈ, ਗੁਰੂ ਮਤ ਹੈ, ਇਹਨਾਂ ਦੀ ਆਪਸ 'ਚ ਸਾਂਝ ਹੈ। ਤੋ ਉੱਥੇ ਜਿਹੜੀ ਚੀਜ਼ ਹੈ, ਜਿਹੜੀ ਭਗਤ ਨਾਮਦੇਵ ਜੀ ਦੇ ਫਲਸਫੇ ਦੇ ਵਿੱਚ, ਉਹ ਜਿਹੜੀ ਸਾਂਝ ਦੇ ਜਿਹੜੇ ਮੁੱਖ ਪੱਖ ਨੇ, ਤੇ ਜਿਹੜੀ ਉਹਨਾਂ ਦੀ, ਜੇ ਅਸੀਂ ਕਹੀਏ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਜਿਹੜੀ ਸਾਂਝ ਹੈ, ਇੱਕ ਉਹ ਖਾਸ ਵਿਸ਼ੇਸ਼ ਤੌਰ 'ਤੇ ਕਿ ਉਹ ਗ੍ਰਸਥ ਨੂੰ ਬਹੁਤ ਜਿਹੜਾ ਉਸ ਨੂੰ ਉੱਤਮ ਸਮਝਦੇ। ਕੁਛ ਭਗਤ ਜਿਹੜੇ, ਕੁਛ ਸੂਫੀ ਨਹੀਂ ਇਸ ਚੀਜ਼ ਨਾਲ ਸਹਿਮਤ, ਲੇਕਿਨ ਭਗਤ ਜਿਹੜੇ ਨਾਮਦੇਵ ਜੀ, ਉਹਨਾਂ ਨੇ ਆਪਣੇ ਬਕਾਇਦਾ ਸ਼ਾਦੀ ਉਹਨਾਂ ਦੀ ਹੋਈ ਆ, ਉਹਨਾਂ ਦੇ ਬਾਲ ਬੱਚੇ, ਤੇ ਉਹਨਾਂ ਨੇ ਮਤਲਬ ਇਹ ਜਿਹੜੀ ਚੀਜ਼ ਹੈ, ਜਿਹੜੀ ਬਹੁਤ ਜ਼ਿਆਦਾ ਗੁਰੂ ਨਾਨਕ ਪਾਤਸ਼ਾਹ ਨਾਲ ਇਹ ਸਾਂਝ ਹੈ, ਇਹ ਗ੍ਰਸਥ ਨੂੰ ਉਹਨਾਂ ਨੇ ਬਹੁਤ ਹੀ ਉੱਤਮ ਮੰਨੇ। ਔਰ ਉਹਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਜਿਹੜਾ ਬੰਦੇ ਦਾ ਜਿਹੜਾ ਹੈ ਮੁਕਤੀ ਜਿਹੜੀ ਹੈ, ਇਹ ਵੀ ਇੱਕ ਅੰਗ ਹੈ। ਇਹ ਦੂਸਰੀ ਚੀਜ਼ ਜੇ ਆਪਾਂ ਕਹੀਏ ਕਿ ਉਹ ਜਿਹੜਾ ਇੱਕ ਦਾ ਸੰਕਲਪ ਹੈ, ਜਿਹਨੂੰ ਅੰਗਰੇਜ਼ੀ 'ਚ ਵਨਨੈਸ ਕਹਿੰਦੇ, ਤਾਂ ਉਹਦੇ ਉਹ ਬਹੁਤ ਵੱਡੇ ਪੈਰੋਕਾਰ ਨੇ। ਜਿਹੜਾ ਬੁਨਿਆਦੀ ਜਿਹੜਾ ਗੁਰੂ ਨਾਨਕ ਦਾ ਸਿਧਾਂਤ, ਇੱਕ ਦਾ ਸਿਧਾਂਤ, ਹੁਣ ਕਈ ਕਹਿੰਦੇ ਜਿਹੜੇ ਵੀ ਅਦਵੈਤਵਾਦ ਦਾ ਵੀ ਸਿਧਾਂਤ ਜਿਹੜਾ ਅਸਲ ਦੇ ਵਿੱਚ ਜਿਹੜਾ ਵੇਦਾਂ ਦਾ ਜਿਹੜਾ ਨਿਚੋੜ ਹੈ, ਜਿਹੜਾ ਉਹ ਫਿਰ ਆ ਕੇ ਉਹ ਅਦਵੈਤਵਾਦ ਤੇ ਪਹੁੰਚਦਾ। ਹੁਣ ਅਦਵੈਤਵਾਦ ਦਾ ਕੀ? ਅਦਵੈਤ ਦਾ ਮਤਲਬ ਕਿ ਸੱਚਾਈਆਂ ਦੋ ਨੇ। ਅਦਵੈਤ ਨਾ। ਹੁਣ ਇਹ ਜਿਹੜਾ ਇੱਕ ਸਟੈਪ ਹੈ, ਜਿਹੜੀ ਟ੍ਰੈਡੀਸ਼ਨਲ ਜਿਹੜੀ ਰਵਾਇਤੀ ਜਿਹੜਾ ਵੈਦਿਕ ਜਿਹੜੀ ਹੈਗੀ ਪ੍ਰਾਪਤੀ ਦਾ ਚਿੰਤਨ ਜਿਹੜਾ, ਉਹ ਅਦਵੈਤਵਾਦ ਤੇ ਜਾ ਕੇ ਸਿਖਰ ਜਿਹੜੀ ਹੈ ਉਹ ਹੁੰਦੀ ਹੈ। ਲੇਕਿਨ ਗੁਰੂ ਨਾਨਕ ਜਾਂ ਭਗਤੀ ਜਿਹੜੀ ਇਹ ਉਸ ਤੋਂ ਇੱਕ ਸਟੈਪ ਅੱਗੇ ਚਲੇ ਜਾਂਦੀ, ਜਿਹੜੀ ਇੱਕ ਦਾ ਸਿਧਾਂਤ ਹੈ। ਹੁਣ ਜਿੱਥੇ ਹੈਗਾ ਵੀ ਸੱਚਾਈਆਂ ਦੋ ਨਹੀਂ ਤੇ ਸੱਚਾਈ ਇੱਕ ਹੀ ਹੈ, ਇਹ ਇੱਕੋ ਗੱਲ ਨਹੀਂ ਹੈ, ਇਹਦੇ ਵਿੱਚ ਵੀ ਫਰਕ ਹੈ। ਤੋ ਇੱਕ ਬਹੁਤ ਸਮਾਂ ਪਹਿਲਾਂ ਸਿਆਟਲ ਯੂਨੀਵਰਸਿਟੀ ਨੇ ਜਿਹੜੇ ਸੰਸਾਰ ਦੇ ਮੁੱਖ ਧਰਮ ਹੈ, ਉਹਨਾਂ ਦਾ ਇੱਕ ਜਿਹੜਾ ਹੈ ਕਹੋ ਵੀ ਜਿਹੜੀ ਸੰਵਾਦ ਕਰਵਾਇਆ। ਤੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਮਿਲਿਆ ਵੀ ਉਹਨਾਂ ਨੂੰ ਦੱਸ ਪਈ ਕਿ ਇਹ ਬੰਦਾ ਆਪਣੇ ਜਿਹੜੇ ਧਰਮ ਦੇ ਫਲਸਫੇ ਦੀ ਅੱਛੀ ਵਿਆਖਿਆ ਕਰ ਸਕਦਾ। ਤੋ ਜਿੱਥੋਂ ਵੀ ਉਹਨਾਂ ਨੂੰ ਮਿਲਿਆ, ਉਹਨਾਂ ਨੇ ਮਸਲਨ ਇੱਕ ਬੁੱਧ ਧਰਮ ਦਾ ਉਹਨਾਂ ਨੂੰ ਲੱਗਿਆ ਕਿ ਜਿਹੜਾ ਟੋਕੀਓ ਦੇ ਵਿੱਚ ਜਿਹੜਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਬੁੱਧ ਧਰਮ ਦਾ ਹੈਡ ਆਫ ਦੀ ਡਿਪਾਰਟਮੈਂਟ ਹੈ, ਇਹ ਇਸ ਤੋਂ ਵਧੀਆ ਕੋਈ ਵਿਆਖਿਆ ਨਹੀਂ ਕਰ ਸਕਦਾ। ਤੋ ਖੈਰ ਪਤਾ ਨਹੀਂ ਕਿਉਂ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਕਿਸੇ ਨੇ ਮੇਰਾ ਨਾਮ ਲੈ ਦਿੱਤਾ, ਤੇ ਉਹ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਿੱਖ ਧਰਮ ਨੂੰ ਜਿਹੜਾ ਉੱਥੇ ਮਤਲਬ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਬੋਧੀ ਵੀ ਸੀ, ਜਿਊ ਵੀ ਸੀ, ਈਸਾਈ ਵੀ ਸੀ। ਜਿਹੜੀ ਵਨਨੈਸ ਦੀ ਗੱਲ ਹੈ, ਇੱਕ ਦੀ ਗੱਲ, ਤਾਂ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿ ਦੇਖੋ ਜੇ ਇੱਕ ਦਾ ਸਿਧਾਂਤ ਹੈਗਾ, ਜਿਸ ਪੱਧਰ ਤੇ ਗੁਰੂ ਨਾਨਕ ਲੈ ਕੇ ਗਏ, ਉਹ ਦੁਨੀਆ 'ਚ ਹੋਰ ਕੋਈ ਫਲਸਫਾ ਉੱਥੇ ਨਹੀਂ ਲਿਖਿਆ। ਤਾਂ ਮੈਂ ਕਿਹਾ ਦੇਖੋ ਹੁਣ ਤੁਸੀਂ ਬੈਠੇ ਹੋ, ਈਸਾਈ ਬੈਠੇ, ਦੂਜੇ ਮੁਸਲਮਾਨ ਬੈਠੇ, ਉਹਨਾਂ ਦਾ ਤੁਸੀਂ ਹੁਣ ਇਹ ਮੁਸਲਮਾਨ ਹੈ, ਮੈਂ ਕਿਹਾ ਤੁਹਾਨੂੰ ਹਮੇਸ਼ਾ ਇਹ ਤੁਹਾਡੇ ਨੁਕਤਾਚੀਨੀ ਕਰਦੇ। ਉਹ ਕਹਿੰਦੇ ਤੁਸੀਂ ਕਨਫਿਊਜ਼, ਕਹਿੰਦੇ ਵੀ ਦੇਖੋ ਅਸੀਂ ਅਵਲ ਅੱਲਾ ਇੱਕ ਅੱਲਾ ਦੀ ਗੱਲ ਕਰਦੇ, ਇਹ ਕਹਿੰਦਾ ਟ੍ਰਿਨਿਟੀ ਦੀ ਗੱਲ ਕਰਦੇ। ਟ੍ਰਿਨਿਟੀ ਮੈਂ ਤਿੰਨ, ਫਾਦਰ ਸਨ ਐਂਡ ਹੋਲੀ ਗੋਸਟ, ਕ੍ਰਿਸਚੈਨਿਟੀ ਤਿੰਨ। ਉਹ ਕਹਿੰਦਾ ਵੀ ਇਹ ਇੱਦਾਂ ਦਾ ਇਹਦਾ ਪ੍ਰਭਾਵ ਪੈਂਦਾ ਹੈਗਾ ਵੀ ਜਿੱਦਾਂ ਸੱਚ ਇੱਕ ਸੱਚਾਈ ਨੂੰ ਤਿੰਨ ਵੱਖ। ਅਸੀਂ ਕਹਿੰਦੇ ਜਿਹੜੇ ਹੈਗੇ ਮੁਸਲਮਾਨ ਇਸ ਬਾਰੇ ਬਿਲਕੁਲ ਕਲੀਅਰ ਹੈ। ਮੈਂ ਕਿਹਾ ਭਾਈ ਜੇ ਤੁਸੀਂ ਬਿਲਕੁਲ ਕਲੀਅਰ ਹੋ ਤੇ ਫਿਰ ਤੁਸੀਂ ਮਤਲਬ ਤੁਹਾਡੀਆਂ ਆਇਤਾਂ ਦੇ ਵਿੱਚ ਆ ਜਾਂਦੇ ਸ਼ੈਤਾਨ ਦਾ ਸੰਕਲਪ। ਹੁਣ ਮੈਂ ਕਿਹਾ ਜਿਹਦਾ ਮਤਲਬ ਇੱਕ ਤਾਂ ਜੇ ਸਾਰਾ ਕੁਝ ਇੱਕ ਦਾ ਹੀ ਪਸਾਰ ਹੈ, ਫਿਰ ਸ਼ੈਤਾਨ ਦੀ ਵੱਖਰੀ ਹੋਂਦ ਕਿਸ ਤਰ੍ਹਾਂ ਹੋ ਸਕਦੀ? ਇਹਦਾ ਮਤਲਬ ਜਦੋਂ ਦੁਆਲੇ ਦਾ ਇੱਕ ਨਾ ਹੋਵੇ, ਦੋ ਦੀ ਗੱਲ ਹੋ ਗਈ। ਇੱਕ ਸੱਚਾਈ ਰੱਬ ਦੀ ਸੱਚਾਈ ਹੈ, ਤੇ ਇੱਕ ਜਿਹੜੀ ਹੈਗੀ ਉਹ ਨਾਲ ਸ਼ੈਤਾਨ ਦੀ ਸੱਚਾਈ, ਤਾਂ ਪੈਰਲਲਿਜ਼ਮ ਹੋ ਗਿਆ, ਤਾਂ ਸਮਾਨਾਂਤਰ। ਇਹ ਇੱਕ ਦੀ ਗੱਲ ਕਿੱਥੇ ਹੋ ਗਈ? ਮੈਂ ਕਿਹਾ ਪ੍ਰਭਾਵ ਇਹ ਪੈਂਦਾ।
तो मैं कहा चलो हिंदू धर्म मैं कहा भी विद्वान से बड़े बड़े उत्थे मैं कहा भी सारे ਜਿਹੜੇ शास्त्र ने 6 शास्त्रों ਤੋਂ 5 शास्त्रों ਚ मतलब ਜਿਹੜਾ ਡੁਐਲਿਟੀ ਹੈਗੀ ਇਹ ਸੱਚਾਈਆਂ ਦੋ ਜਿਹੜੀ ਪੁਰਖ ਤੇ ਪ੍ਰਕਿਰਤੀ ਜੋ ਹੁਣ ਜੇ 6ਵਾਂ शास्त्र आंदा है वेदांत तो वेदांत का मतलब है जो यदि संधि छेद करिए तो वेदां का अंत मतलब आखिरी जो शास्त्र है उत्थे जाके मैं अद्वैतवाद आ जाए बाकी सारे दो ही मन रहे पुरख ते प्रकृति में पर हुण अद्वैतवाद जो भी उस पद्धर ते नहीं जा रहा अद्वैतवाद ये नहीं कह रहा कि सच्चाई एक ही है ये कह रहे भी सच्चाइयां दो नहीं ये मैं ये स्टेटमेंट के भी फर्क है उत्थे वो जो बहुत वधिया बहुत उच्च पद्धरी हिंदू विद्वान से खड़ गए वो कहते बिल्कुल ही ठीक है मैं इन्होंने पूरी तरह से कि वाकई जो अद्वैतवाद से एक की गल जी वननेस ये थोड़ा जहा फर्क तो है तो मैं कहा भी आखिर तो इत्थे जी गल ये है कि जेडे अपने भगत नामदेव जी ने ये उस एक के नेड़े ने अद्वैतवाद तो अगे अगे की गल कर फिर जोड़ा है कि जोड़ा ब्रह्म का संकल्प है यूनिवर्सलिज्म यूनिवर्सल रियलिटी तो ये संकल्प जोड़ा ये वैदिक संकल्प है ये भारतीय चिंतन का लेकिन फिर जोड़ा वो बारे जी स्पष्टता आती है वो गुरु ग्रंथ साहब के जो तो वो जोड़ा उन्होंने जी भगती मत का बहुत बड़ा योग जोड़ा वैदिक ब्रह्म का जो संकल्प है तो वो जो तो वैदिक जो ब्रह्म का संकल्प है उसनूं होर अगे वधाउण नाल और उसनूं जिहड़ा है देखो एक जिहड़ी गल हुंदी है एक संकल्प तो है बहुत सारे संकल्प वेदां दे विच है क्योंकि जे मेरा घट्टो घट्ट मंनना भी जिहड़ा स्पिरिचुअल जिहड़ा बेस है साडा वो मतलब जिहड़ा है वो वेदां ने बनाया लेकिन जो गुरु ग्रंथ साहब है जिहदे विच भगत नामदेव जी शामिल वो शिखर है भारत की जी अध्यात्मकता की भारतीय रूहानियत और भारतीय चिंतन की जे वेद आधार ने तो शिखर जोड़ा है वो गुरु ग्रंथ साहब है ये दोनों चीज़ा सानू एक्सैप्ट करनिया पैणगियां क्योंकि इन्ने हज़ारां सालां जो है वो ज्ञान का जो निरंतर विकास होया एवोल्यूशन ऑफ नॉलेज होया ये कुदरती गल कि ज्ञान जोड़ा है वो इवॉल्व हो वो ज्ञान का निरंतर जो विकास हो हुण जिथे इन्होंने गल की भी जी मार्क्सिज्म के विच भी जी सिखिज्म की ये भी सांझ है कि जी थ्योरी ऑफ एवोल्यूशन ऑफ नॉलेज गुरु ग्रंथ साहब के विच ये पूरी तरह स्पष्ट है कि ज्ञान जोड़ा है वो कितने खड़ौत च नहीं है तो ज्ञान का निरंतर विकास होता है साहब मेरा नित नवा सदा सदा दाता भी साहब मेरा नित नवा हर रोज जिहड़ा है ज्ञान दे विच जिहड़ा है तो ज्ञान का विकास निरंतर जिहड़ा चलता रहता तो वो दूसरा जिहड़ा कॉन्सैप्ट है वो भी गुरु ग्रंथ साहब च भी जिहड़ी एक सच्चाई है जी कुछ जो सच है जिन्होंने आप एब्सोल्यूट ट्रुथ है वह भी संकल्प है सदीवी सच जो अटल सच है लेकिन ये दोनों आपा विरोधी नहीं है गुरु साहब गुरबाणी कहते सच पुराना ना तो दूजा पहले ये भी कहा गया है कि साहब मेरा नित नवा सदा सदा दाता तो ये दो आपा विरोधी नहीं है कि बेशक ਜਿਹੜੇ संकल्प ने सच के ਜਿਹੜੇ संकल्प ने कुछ है ने ਜਿਹੜੇ सदीवी ਜਿਹੜੇ चल रहे हैं ਜਿਹੜੀ अटल सच्चाई है लेकिन वो संकल्प ਜਿਹੜੇ ਉੱਥੇ ਖੜੌਤ ਚ नहीं है ਉਹਨਾਂ ਦਾ ਵੀ ਨਿਰੰਤਰ ਜਿਹੜਾ ਵਿਕਾਸ ਹੁੰਦਾ ਕਿ ਇਸ ਲਈ ਮੈਂ ਤੁਹਾਨੂੰ ਇਹ ਜਿਹੜੀ ਐਗਜ਼ਾਮਪਲ ਦਿੱਤੀ ਹੈ ਵੀ ਫਰਮ ਅਦਵੈਤਵਾਦ ਟੂ ਵਨਨੈਸ ਜਿਹੜੀ ਹੈ ਇੱਕ ਦਾ ਸਿਧਾਂਤ ਜਿਹੜਾ ਬੇਸ਼ੱਕ ਗੱਲ ਤਾਂ ਉਹਦੇ ਵੱਲੋਂ ਜਾ ਰਹੀ ਹੈ ਸਿਧਾਂਤ ਤਾਂ ਅਦਵੈਤਵਾਦ ਦਾ ਹੀ ਹੈ ਬੇਸਿਕ ਇਹ ਆਪਾਂ ਨੂੰ ਮੰਨਣਾ ਪੈਂਦਾ ਲੇਕਿਨ गुरु नानक जो ये अद्वैतवाद एक ते पहुँचाते तो एक दी की गल है गुरु नानक का एक जोड़ा उत्थे ना सिर्फ गुरु नानक इवॉल्व कर रहा
ਉਹਨੂੰ ਹੋਰ ਅੱਗੇ ਲਿਜਾ ਰਹੇ ਨੇ, ਬਲਕਿ ਸਪਸ਼ਟੀਕਰਨ ਵੀ। ਸਪਸ਼ਟੀਕਰਨ ਕੀ ਹੈ ਕਿ ਉੱਥੇ ਵੀ ਮੈਂ ਤੁਹਾਨੂੰ ਸਿਆਟਲ ਦੀ ਦੁਬਾਰਾ ਗੱਲ ਦੱਸਦਾ, ਉੱਥੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੋ ਇੱਕ ਦਾ ਸਿਧਾਂਤ ਹੈ, ਜਿੰਨਾ ਸਪਸ਼ਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਨੇ ਕੀਤਾ, ਇੰਨਾ ਕਿਤੇ ਨਹੀਂ ਤੁਹਾਨੂੰ ਮਿਲ ਸਕਦਾ। ਕਿਸ ਤਰ੍ਹਾਂ ਉਹ ਕਹਿੰਦੇ ਵੀ, ਮੈਂ ਕਿਹਾ ਗੁਰੂ ਨਾਨਕ ਜਿਹੜਾ ਫਲਸਫਾ ਗੁਰੂ ਨਾਨਕ ਦਾ, ਉਹ ਇੱਕ ਤੋਂ ਸ਼ੁਰੂ ਹੁੰਦਾ, ਇੱਕ ਓਂਕਾਰ, ਇੱਕ। ਹੁਣ ਗੱਲ ਕੀ ਹੈ, ਇੱਕ ਦਾ ਕੀ ਫਰਕ ਹੈ ਗੁਰੂ ਨਾਨਕ ਦਾ ਇੱਕ ਦਾ? ਹੁਣ ਗੁਰੂ ਨਾਨਕ ਦਾ ਇੱਕ ਜਿਹੜਾ ਮੈਥੇਮੈਟੀਕਲ ਵਨ ਹੈ, ਹਿਸਾਬ ਦਾ ਇੱਕ ਅਲੱਗ ਹੈ ਗੁਰੂ ਸਾਹਿਬ। ਹੁਣ ਹਿਸਾਬ ਦਾ ਇੱਕ ਦਾ ਕੀ ਫਰਕ ਹੈ? ਇੱਕ ਲਿਖ ਵੀ ਸਕਦੇ ਸੀਗੇ, ਹਿਸਾਬ ਦਾ ਇੱਕ ਆ ਕੇ ਗੁਰੂ ਨਾਨਕ ਨੇ ਲਾਇਆ। ਮੈਂ ਕਿਹਾ ਵੀ ਗੱਲ ਹੈ, ਹੁਣ ਅਦਵੈਤਵਾਦ ਦੀ ਵਿਆਖਿਆ ਹੋਰ ਹੋ ਸਕਦੀ ਹੈ। ਇਹੀ ਉਹਨਾਂ ਨੇ ਜਿਹੜੇ ਹਿੰਦੂ ਵਿਦਵਾਨ ਸੀ ਉਹ ਕਹਿੰਦੇ ਬਿਲਕੁਲ ਇਹਨਾਂ ਨੇ ਸਹੀ ਦੱਸਿਆ। ਮੈਂ ਕਿਹਾ ਅਦਵੈਤਵਾਦ ਦੀ ਵਿਆਖਿਆ ਦੇ ਵਿੱਚ ਫਰਕ ਹੋ ਸਕਦਾ ਹੈ, ਔਰ ਵਿਆਖਿਆ ਵੱਖ-ਵੱਖ ਹੋਈ ਹੈ। ਜਿਹੜੇ ਰਾਮਾਨੁਜ ਨੇ, ਹੋਰ ਜਿਹੜਾ ਉਹ ਵੀ ਬੜੇ ਵੱਡੇ ਵਿਦਵਾਨ ਸੀ ਵਿਦਾਨ ਦੇ, ਉਹਨਾਂ ਦੀ ਵਿਆਖਿਆ ਵੱਖਰੀ ਹੈ ਅਦਵੈਤਵਾਦ ਦੀ। ਤੋਂ ਸ਼ੰਕਰਾਚਾਰਿਆ ਜਿਹੜਾ ਹੈਗਾ ਉਹ ਵੀ ਮਤਲਬ ਵਿਦਾਨ ਦਾ ਬਹੁਤ ਵੱਡਾ ਸਕਾਲਰ ਹੈ। ਦੋਵਾਂ ਦੀ ਇੰਟਰਪ੍ਰੀਟੇਸ਼ਨ ਵੱਖਰੀ ਹੈ ਅਦਵੈਤਵਾਦ ਕੀ ਚੀਜ਼ ਹੈ। ਲੇਕਿਨ ਮੈਂ ਕਿਹਾ ਹੁਣ ਦੁਨੀਆ ਦਾ ਕੋਈ ਵੀ ਬੰਦਾ ਗੁਰੂ ਨਾਨਕ ਦੇ ਇੱਕ ਦੀ ਜਿਹੜੀ ਹੈ ਹੋਰ ਕੋਈ ਵਿਆਖਿਆ ਕਰ ਹੀ ਨਹੀਂ ਸਕਦਾ। ਇੱਕ ਹੀ ਹੈ, ਇੱਕ ਦਾ ਮਤਲਬ ਇੱਕ ਹੈ, ਕਿਉਂਕਿ ਮੈਥੇਮੈਟੀਕਲ ਵਨ ਜਿਹੜਾ ਉਹਦੀ ਹੋਰ ਵਿਆਖਿਆ ਹੋ ਨਹੀਂ ਸਕਦੀ। तो इस करके जरा वो फिर जी जी सारे धर्मां दे तो वो इस गल ते सारे सहमति हो गई साडी कंसैंसस होते भी ठीक है। वो कहते कि बेशक सारे धर्म एक दी गल करते हैं पर वो कहते भी जो क्लैरिटी जो स्पष्टता सिख धर्म या गुरु नानक के फलसफे एक बारे है वो उन्नी होर किते नहीं है। ये उत्थे चलो मेरी छोटी जी कंट्रीब्यूशन ये सी कि असीं उन्हां नूं इस गल ते सहमत करा लिया कि ये जिहड़ी है तो उहदे विच ज़ाहिर है कि भगती जिहड़ी लहर है या भगती मूवमेंट है और उहदे विचों खास करके ये अर्ली ने ये पहले होए ने बहुत बाबा नामदेव जी जिहड़े ने जे देखिए तो कुछ शायद 1270 13वीं सदी के नेड़े तेड़े तो थोड़ा बहुत है इतिहासकार थोड़ा जिहा सारे नहीं सहमत कि पर आम तौर पर मन्निया जाता है कि 13वीं सदी है। सो ये बाकियां नालों थोड़ा पहला होया ज़ाहिर है कि उन्होंने का जरा तो उही जरा ब्रह्म का भी जरा संकल्प है कि सच्चाई जी ब्रह्म यूनीवर्सल जरा है यूनीवर्सलिज्म आप कह रहे तो ये भी उन्होंने जरा कंट्रीब्यूशन है या देन है। तो फिर जरा है एक होर जी चीज़ है कि उस वेले तक परमात्मा के भगत जिहड़े सी वो मतलब दो तरह रब नूं लै रहे थे। एक कहते सरगुण है रब एक कहते निर्गुण है। सरगुण तो भाव जिहड़ा जिस दे गुण जिहड़े तुसीं एमानेंट जां जिहड़ी मैनीफेस्ट जिहड़ी कोई चीज़ है रियलिटी जिहदे च गुण है तो गुण जिहड़े आ वो तुहानूं मतलब जिहड़े है कोई चीज़ है भी रंग है हाइट है कोई भी गुण जिहड़ा वो की है वो तुहानूं प्रगट कर रहा है। तो लेकिन वो सीमा की है कि जो गुण है कोई गुण आ जाता है तो तुसी टाइम एंड स्पेस के आ जाते हो। लेकिन जी चीज़ गुणों तो उपर है निर्गुण उस दी भी है ट्रांसेंडेंट जिन्होंने आप अंग्रेजी तो हुण साडे जिहड़ा चल रहा सी भगत नामदेव जी तक वो सरगुण ते निर्गुण कुछ जिहड़े सरगुण दे एक जिहड़े सी कहते नहीं सारा कुछ जो इत्थे इहदी पूजा करो कुछ कहते नहीं ये सारा कुछ ही झूठ है जो है एक लाइन भी सी ये सारी माया ही है झूठ है सिर्फ जिहड़ा निरंकार जिहड़ा निराकार निरंकार निराकार जिहड़ा वही सच्चाई है ट्रांसेंडेंट सच्चाई है ये झूठ है उन्होंने माया दे झूठ तो वो इस चीज़ को जिहड़ा भगत नामदेव जी नहीं मानते वो कहते वो भी सच है ये भी सच है सरगुण अपने था निर्गुण अपने था और यही जिहड़ा सिद्धांत गुरु ग्रंथ साहब चाहता कि वो परमात्मा जिहड़ा कादर है निर्गुण वो कुदरत जिहड़ी सरगुण है तो कादर जिहड़ा कुदरत दे विच मैनीफेस्ट हो रहा प्रगट हो रहा तो ये द्वंद ये नहीं है कि निर्गुण जो है ये जी रुचि सीगी कि जहाँ तुसीं निर्गुण नूं मनो या सरगुण नूं मनो ये भगत नामदेव जी ने कहा नहीं ये दोनों ही सच ने। तो ये चीज़ जी है ये भी साडे जिहड़े गुरु ग्रंथ साहब के सिद्धांत के उन्होंने जी कंट्रीब्यूशन है। फिर जी एक होर चीज़ उन्होंने मैं कह के तो फिर अगली गल पे आऊँगा कि जी प्रेमा भक्ति है तो उस परमात्मा तक पहुँचने का सब तो वधिया मार्ग की है तो वो प्रेम नूं परमात्मा भक्ति है ही प्रेम प्रेम जी
ਪ੍ਰੇਮਾ ਭਗਤੀ ਵੀ ਕਹਿ ਲਓ, ਜਿਹੜਾ ਵੈਦਿਕ ਨਾਮ ਜਿਹੜਾ ਪ੍ਰੇਮਾ ਭਗਤੀ ਸੀ, ਪਰ ਅਸੀਂ ਮਤਲਬ ਨੂੰ ਜਿਹੜਾ ਗੁਰਬਾਣੀ ਸਿੱਧਾ ਹੀ ਪ੍ਰੇਮ ਕਿਹਾ ਗਿਆ। तो गुरु गोबिंद सिंह इस तो भी उन्होंने होर स्पष्ट किया, साच कहूँ सुन ले हैं सबे जिन प्रेम कियो इन ही प्राप्त पाए। लोग कहते हैं रास्ता ही होर कोई गुरु साहब ने गुरु गोबिंद सिंह इस लैवल पे गल है। तो ये इन्नी को मैं जानकारी तुहानू जी उन्होंने, क्योंकि असी अज उन्होंने मनाया तो इन्नी एक संखेप जानकारी मैं बहुत अच्छी जरूरी समझदा सी कि ये भी उन्होंने बारे आप जरूर गल करिए जिन्हों का असीं दिन मना रहे। अच्छा हुण आपां उत्थों पटियाले पे आ जांदे जी अज दा विशा वस्तु जो पटियाले की गल चलो पुछते हुण पटियाला शहर मतलब पंजाब दे विच की विलखणता पटियाले दी जिहड़ी हुण मैनूं लगदा कि जदों आपां पटियाले शहर की जिहड़ी अपनी पहचान इदां दी बन गई कि आप जो पंजाब के चलो मुख्य शहर ले लिए, चलो जो असी अमली तौर पर भावें राजनीतिक की डेफिनेशन तो चंडीगढ़ पंजाब का हम नहीं रहा, पर फिर भी असल तो है तो पिंड पंजाब का ही बनया है, पंजाब के इलाके ही बनया हुआ, तो उन्होंने भी गिन लें। आप चंडीगढ़ ले लिए, पटियाला ले लिए, इधर को जाते जाते फिर लुधियाना आ गया, फिर जलंधर आ गया, अमृतसर पंजाब के नहीं ਤੁਹਾਡਾ ਬਠਿੰਡਾ ਹੈਗਾ ਚਲੋ ਪਾਇਆ ਬਠਿੰਡਾ ਇੱਥੇ ਕਰਕੇ ਪੰਜਾਬੀ ਬੋਲਦੇ ਨੇ ਜੀ। ਨਹੀਂ ਮੇਰਾ ਮਤਲਬ ਇਹ ਨਹੀਂ ਸੀ लार्जेस्ट कैंटोनमेंट इन एशिया है। हाँ जी लार्जेस्ट ਮੰਨ ਲਿਆ ਜੀ ਮੰਨ ਲਿਆ ਤੁਹਾਡਾ ਲੇਕਿਨ पिछले 10 साल 50,000 करोड़ ਦੀ ਇਨਵੈਸਟਮੈਂਟ ਠੀਕ ਹੈ ਜੀ ਬਾਦਲ ਸਾਹਿਬ ਨੇ ਬਠਿੰਡੇ ਦੋ ਨੂੰ ਦੋ ਅੰਡਰਗਰਾਉਂਡ ਪਾਈਪਲਾਈਨ ਹੁੰਦੀਆਂ ਨੇ 1000 ਕਿਲੋਮੀਟਰ ਦੀਆਂ ਦੋ ਪਾਈਪਲਾਈਨਾਂ ਚਲੋ। ਕਿਤੇ ਨਹੀਂ ਉਹਨੇ ਹੁੰਦੀਆਂ। ਆਪਣਾ ਸ਼ਹਿਰ ਦੇਖਿਆ, ਬਾਦਲ ਸਾਹਿਬ ਨੇ ਆਪਣਾ ਸ਼ਹਿਰ ਦੇਖਿਆ। ਸਹੀ ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿ ਬਠਿੰਡੇ ਦੀ, ਪਰ ਮੈਂ ਫਿਰ ਵੀ ਚਲੋ ਮੇਰੀ ਇਹ ਸਮਝ ਲਓ ਕਿ ਹਾਲੇ ਵੀ ਮੈਨੂੰ ਲੱਗਦਾ ਹੈ ਕਿ ਬਠਿੰਡਾ ਜਿਹੜਾ ਹਾਲੇ ਇਸ ਲੈਵਲ ਤੇ ਨਹੀਂ ਹੈ। ਚਲੋ ਠੀਕ ਹੈ, ਮਾਫ ਕਰਨਾ ਤੁਹਾਨੂੰ ਸ਼ਾਇਦ ਇਸ ਚੀਜ਼ ਦਾ ਬੁਰੀ ਵੀ ਲੱਗੀ ਹੋਵੇਗੀ, ਨਹੀਂ ਮੈਂ ਵੈਸੇ ਲੇਕਿਨ ਮੇਰੇ ਹਿਸਾਬ ਨਾਲ ਜਿਹੜਾ ਇਹ ਜਿਹੜੇ ਸ਼ਹਿਰ ਨੇ ਚੰਡੀਗੜ੍ਹ ਲੁਧਿਆਣਾ, ਫਿਰ ਤਾਂ ਕਈ ਹੋਰ ਵੀ ਸ਼ਹਿਰ ਨੇ ਪੰਜਾਬ, ਗੁਰਦਾਸਪੁਰ ਵਾਲੇ ਵੀ ਕਹਿੰਦੇ ਅਸੀਂ ਵੀ ਇੰਪੋਰਟੈਂਟ ਹੈ, ਬਟਾਲੇ ਵਾਲੇ ਕਹਿੰਦੇ ਅਸੀਂ ਵੀ। ਪਾਪੂਲੇਸ਼ਨ ਦੇ ਹਿਸਾਬ ਨਾਲ ਜੀਓਗ੍ਰਾਫੀਕਲੀ ਦੇਖੋ ਬਠਿੰਡਾ ਇਜ਼ ਦਾ ਮਤਲਬ ਮੋਸਟ ਪਪੂਲਰ ਜੰਕਸ਼ਨ ਇਨ ਇੰਡੀਆ। ਹਾਂਜੀ, ਸਭ ਤੋਂ ਵੱਡਾ ਰੇਲਵੇ ਸਟੇਸ਼ਨ ਹੈ। 7 ਰੇਲਵੇ ਲਾਈਨਸ ਠੀਕ ਹੈ, ਮੈਂ ਮੰਨਦਾ ਤੁਹਾਡਾ ਜੀ, ਮੈਂ ਮੰਨਦਾ ਵੀ ਹਿੰਦੁਸਤਾਨ ਦਾ ਉਹ ਸਭ ਤੋਂ ਵੱਡਾ ਰੇਲਵੇ ਸਟੇਸ਼ਨ, ਸਾਰੀਆਂ ਗੱਲਾਂ ਮੈਂ ਸਹਿਮਤ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਪਰ ਫਿਰ ਵੀ ਮੈਂ ਉਸ ਦੇ ਬਾਵਜੂਦ ਵੀ ਮੈਂ ਉਹਨਾਂ ਨੂੰ ਉਸ ਕੈਟਾਗਰੀ ਦਾ ਸ਼ਹਿਰ ਹਾਲੇ ਮੰਨਣ ਨੂੰ ਤਿਆਰ ਨਹੀਂ। ਮੈਂ ਕੈਟਾਗਰੀ ਦਾ ਨਾ ਮੰਨੂ, ਮੈਂ ਕੈਟਾਗਰੀ ਦੀ ਗੱਲ ਕਰਦਾ। ਮੈਂ ਚਲੋ ਸਰ ਪੰਜਾਬ ਦਾ ਪਹਿਲਾ ਥਰਮਲ ਉੱਥੇ ਲੱਗਿਆ ਹਾਂ। ਅਸੀਂ ਬਿਜਲੀ ਬੋਰਡ ਵਾਲੇ ਖਤਮ ਵੀ ਹੋ ਗਿਆ। ਬਾਦਲ ਸਾਹਿਬ ਮੇਰੇ ਨਾਲ ਮਤਲਬ ਗੁੱਸੇ ਹੋ ਜਾਣਗੇ। ਸੁਲਤਾਨ ਉੱਥੋਂ ਦੀ ਵਧੀਆ ਸੁਲਤਾਨ ਡਾਕਟਰ ਸਾਹਿਬ ਦੀ ਬਹੁਤ ਚਲੋ ਜਾਣਕਾਰੀ ਹੈ। ਆਲੀ ਐਮਰੈਂਸ ਆਫ ਦੀ ਕੰਟਰੀ ਇੰਡੀਆ ਦੀ। ਮੇਰਾ context ਹੋ ਰਿਹਾ। ਉਹ ਵੀ ਉਹਨਾਂ ਦਾ ਵੀ ਹਿਸਟਰੀ ਉੱਥੋਂ ਦੀ ਹੈ ਬਠਿੰਡੇ ਦੀ। ਚਲੋ ਸਰ ਪ੍ਰੋਸੀਡ। ਚਲੋ ਖੈਰ, ਮੇਰਾ ਮਤਲਬ ਇਹ ਸੀਗਾ ਕਿ ਕੈਰੀ ਔਨ ਮੈਂ ਤਾਂ ਸਿਰਫ ਪਟਿਆਲੇ ਦੀ ਵਿਲੱਖਣਤਾ ਦੇ ਸੰਕਲਪ, ਇੱਕ ਆਪਣਾ ਵਿਸ਼ਾ ਹੈ ਕਿ ਕੀ ਬਠਿੰਡਾ ਪਟਿਆਲੇ ਵਾਲਾ। ਵਾਕਈ, ਤਾਂ ਮੈਂ ਉਹਦੇ ਚ ਜਿਹੜੇ ਮੈਨੂੰ ਲੱਗਿਆ ਕਿ ਜਿਹੜੇ ਰਵਾਇਤੀ ਕਹਿ ਲਓ, ਬਠਿੰਡਾ ਨਵਾਂ ਉੱਠਿਆ, ਚਲੋ ਰਵਾਇਤੀ ਜਿਹੜੇ ਐਸਟੈਬਲਿਸ਼ ਜਿਹੜੇ ਸ਼ਹਿਰ ਸੀ, ਰਿਆਸਤ ਦਾ ਪਾਰਟ ਸੀ ਹਾਂ, ਖਾਂਦਾ। ਰਿਆਸਤ। ਰਜਿੰਦਰਾ ਕਾਲਜ ਹੈ ਉੱਥੇ। ਤੋਂ ਪਟਿਆਲਾ ਜਿਹੜਾ ਉਹਨਾਂ ਨਾਲੋਂ ਥੋੜਾ ਜਿਹਾ ਵੱਖ ਹੈ ਕਿ ਜਿਹੜਾ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਤਾਂ ਚੰਡੀਗੜ੍ਹ ਜਿਹੜਾ ਮੈਂ ਉਹਨੂੰ ਕਹਿੰਦਾ ਉਹਨਾਂ ਅਫਸਰਸ਼ਾਹੀ ਦਾ ਸ਼ਹਿਰ ਹੈ, ਅਫਸਰਾਂ ਦਾ ਸ਼ਹਿਰ ਮੁੱਖ ਤੌਰ ਜਿਹੜੀ ਡੋਮ ਜਦੋਂ ਸਾਈ ਮੈਂ ਇਹ ਨਹੀਂ ਕਹਿੰਦਾ, ਮੇਰਾ ਮਤਲਬ ਇਹ ਨਹੀਂ ਸੀ ਕਿ ਬਠਿੰਡੇ ਜਾਂ ਕਿਸੇ ਸ਼ਹਿਰ ਨੂੰ ਪ੍ਰਮੋਟ ਕਰਨਾ ਜਾਂ ਇਹ ਕਹਿਣਾ, ਮੇਰਾ ਤਾਂ ਮਤਲਬ ਸੀ ਕਿ ਜਿਹੜੇ ਸ਼ਹਿਰਾਂ ਬਾਰੇ ਮੈਂ ਆਮ ਤੌਰ ਤੇ ਜ਼ਿਆਦਾ ਪ੍ਰਭਾਵ ਤਾਂ ਉਹ ਮੇਰੇ ਤੇ ਕੀ ਪ੍ਰਭਾਵ ਪਾਉਂਦੇ ਨਹੀਂ ਨਹੀਂ ਯੂ ਡੋਨਟ ਮਾਈਂਡ। ਤਾਂ ਉਹਦੇ 'ਚ ਜਿਹੜਾ ਜਦੋਂ ਮੈਂ ਚੰਡੀਗੜ੍ਹ ਦਾ ਨਾਂ ਸੁਣਦਾ ਤਾਂ ਮੈਨੂੰ ਨਾ ਅਫਸਰਾਂ ਦੀ ਵਿਸ਼ੇ ਸਾਰੇ ਇੱਥੇ ਵੀ ਜ਼ਿਆਦਾ ਅਫਸਰ ਵਸਦੇ ਆ ਮੇਰੇ ਤੇ ਇਸ ਲਈ ਪੱਥਰਾਂ ਦਾ ਸ਼ਹਿਰ ਸਰ ਮੈਕਸਿਮਮ ਦੂਜਾ ਜਿਹੜਾ ਹੈ ਲੁਧਿਆਣਾ ਆ ਜਾਂਦਾ। ਹੁਣ ਇਹ ਲੁਧਿਆਣਾ ਜੇ ਮੈਨੂੰ ਲੁਧਿਆਣੇ ਦਾ ਮੈਨੂੰ ਮੇਰੇ ਮਨ 'ਚ ਜਿਹੜੇ ਪ੍ਰਭਾਵ ਉੱਠਦੇ ਆ ਵੀ ਲੁਧਿਆਣਾ ਸ਼ਹਿਰ ਜਿਹੜਾ ਇੰਡਸਟਰੀ ਦਾ ਤੇ ਫਾਈਨੈਂਸ ਦਾ ਤੇ ਬਿਜ਼ਨਸਮੈਨਾਂ ਦਾ ਸ਼ਹਿਰ। ਹੁਣ ਜੇ ਮੈਂ ਜਲੰਧਰ ਜਾਂਦਾ ਜੀ ਤੇ ਮੈਨੂੰ ਜਲੰਧਰ ਵਾਲਿਆਂ ਵੀ ਹਾਂ ਜੀ ਇਹ ਪੱਤਰਕਾਰਾਂ ਦਾ ਸ਼ਹਿਰ ਹੈ, ਇਹ ਜਿਹੜਾ ਪਹਿਲਾਂ ਹੁਣ ਇੰਨਾ ਨਹੀਂ ਰਿਹਾ, ਪਰ ਖੇਡਾਂ ਦਾ ਸਮਾਨ ਦਾ ਜਿਹੜਾ, ਪਰ ਮੇਨਲੀ ਅੱਜ ਵੀ ਜਿਹੜਾ ਜਲੰਧਰ ਦੀ ਪਹਿਚਾਣ ਹੈ ਤੇ ਉਹ ਪੱਤਰਕਾਰੀ ਦੇ ਖੇਤਰ ਦੇ ਸੈਂਟਰ ਹੈ ਪੰਜਾਬ। ਹੁਣ ਜਦ ਅੰਮ੍ਰਿਤਸਰ ਜਾਂਦੇ ਹਾਂ ਤੇ ਮੈਂ ਅੰਮ੍ਰਿਤਸਰ ਦਾ ਨਾਮ ਜਿਹੜਾ ਮੇਰੇ ਮਨ 'ਚ ਪ੍ਰਭਾਵਿਤ ਬੜਾ ਧਾਰਮਿਕ ਜਿਹੜਾ ਸਾਡਾ ਜਿਹੜਾ ਸ਼ਹਿਰ ਕੇ
ਸੋ ਜਦੋਂ ਪਟਿਆਲੇ ਦੀ ਗੱਲ ਹੁੰਦੀ ਹੈ ਤੇ ਫਿਰ ਪਟਿਆਲਾ ਜਿਹੜਾ ਹੈਗਾ ਉਹ ਸਾਨੂੰ ਸੱਭਿਆਚਾਰ ਤੇ ਐਜੂਕੇਸ਼ਨ ਇਹ ਸਾਨੂੰ ਮਤਲਬ ਇਹ ਅਕਸੂਬਰ ਹੈ ਵੀ ਪਟਿਆਲਾ ਜਿਹੜਾ ਹੈ ਇਹ ਮਤਲਬ ਜੇ ਕਹਿ ਜੇ ਕਲਚਰਲ ਹੱਬ ਹੈ ਪੰਜਾਬ ਦਾ ਤੇ ਅੱਤ ਕਥਨੀ ਨਹੀਂ ਹੋਈ, ਸੱਭਿਆਚਾਰ ਦਾ ਧੁਰਾ ਹੈ ਪਟਿਆਲਾ। ਤੇ ਫਿਰ ਇੱਕ ਜਿਹੜੀ ਪਟਿਆਲੇ ਦੀ ਵਿਲੱਖਣਤਾ ਤੇ ਜਿੰਨੇ ਬਾਕੀ ਸ਼ਹਿਰ ਉਹ ਉਸ ਪੱਧਰ ਦੇ ਵਿਰਾਸਤੀ ਸ਼ਹਿਰ ਨਹੀਂ ਕਿਹਾ ਜਾ ਸਕਦਾ ਜੋ ਪਟਿਆਲਾ ਹੈ। ਹਾਲੇ ਕਿ ਅੰਮ੍ਰਿਤਸਰ ਵੀ ਬਹੁਤ ਪੁਰਾਣਾ ਸ਼ਹਿਰ ਹੈ, ਬੜੀ ਵਿਰਾਸਤ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ, ਉਸ ਤੋਂ ਵੀ ਜਿਹੜੇ ਰਾਮ ਤੀਰਥ ਪਤਾ ਨਹੀਂ ਕਿੰਨੇ ਗੁਰੂਆਂ ਸਾਹਿਬ, ਲੇਕਿਨ ਫਿਰ ਵੀ ਜਿਹੜਾ ਉਹ ਇੱਕ ਅੰਮ੍ਰਿਤਸਰ ਮੈਂ ਅਕਸਰ ਜਾਂਦਾ ਰਹਿੰਦਾ ਉੱਥੇ, ਮੈਨੂੰ ਕਈ ਵਾਰੀ ਬੁਲਾਇਆ ਜਾਂਦਾ। ਜੋ ਪਟਿਆਲੇ ਦੇ ਵਿੱਚ ਵਿਰਾਸਤ ਦਾ ਜਿਹੜਾ ਪ੍ਰਭਾਵ ਪੈਂਦਾ ਹੈ ਪਟਿਆਲੇ ਦੇ, ਉਹ ਅੰਮ੍ਰਿਤਸਰ ਤੇ ਨਹੀਂ। ਅੰਮ੍ਰਿਤਸਰ ਦਾ ਮੁੱਖ ਰਿਲੀਜੀਅਸ ਪ੍ਰਭਾਵ ਪੈਂਦਾ ਹੈ, ਧਾਰਮਿਕ। ਵਿਰਾਸਤ ਦਾ ਇੰਨਾ ਨਹੀਂ। ਇਹ ਦੇਖੋ ਮੈਂ ਕੋਈ ਇਹ ਨਹੀਂ ਕਿ ਮੈਂ ਕਿਸੇ ਨੂੰ ਕੋਈ ਕੈਟਾਗਰੀ, ਮੈਂ ਤਾਂ ਆਪਣੇ ਪ੍ਰਭਾਵਾਂ ਦੀ ਗੱਲ ਕਰਦਾ, ਮੈਨੂੰ ਇਹ ਰੱਖੋ। ਤੋ ਇਹ ਜਿਹੜੀ ਚੀਜ਼ ਹੈ ਕਿ ਅਸੀਂ ਜਿਹੜਾ ਮੁੱਖ ਤੌਰ ਤੇ ਜਿਹੜੀ ਗੱਲ ਹੈ ਪਟਿਆਲੇ ਦੀ, ਤੋ ਅਸੀਂ ਜੇ ਅੱਜ ਕਰਨੀ, ਤੋ ਮੈਂ ਜਿਵੇਂ ਕਿਹਾ ਸੀ ਕਿ ਮੈਂ ਮਤਲਬ ਇਹਦੀ ਗੱਲ ਨੂੰ ਆਪਣੀ ਇੱਥੇ ਤੱਕ ਸੀਮਤ ਨਹੀਂ ਰੱਖਾਂਗਾ ਕਿਤਾਬ ਤੱਕ। ਤੋ ਮੈਂ ਕਹਿੰਦਾ ਕਿ ਇੱਕ ਵਿਸ਼ਾ ਦੇ ਚੋਂ ਇਹ ਨਿਕਲ ਆਉਂਦਾ ਅੱਜ ਵਾਸਤੇ ਜਿਹੜਾ ਆਪਾਂ ਡਿਸਕਸ ਕਰੀਏ ਵੀ ਸੱਭਿਆਚਾਰ ਨੂੰ, ਪੰਜਾਬ ਨੂੰ ਕੀ ਚੁਣੌਤੀਆਂ ਨੇ, ਪੰਜਾਬੀ ਸੱਭਿਆਚਾਰ। ਇਹ ਮੈਨੂੰ ਲੱਗਦਾ ਕਿ ਅੱਜ ਦੀ ਜੇ ਪੁਸਤਕ ਦੇ ਨਾਲ ਜੇ ਜੋੜੀਏ ਗੱਲ ਹੈ ਜੀ, ਤੇ ਜੇ ਤਾਂ ਮੈਂ ਸਮਝਦਾ ਕਿ ਜਿਹੜੀਆਂ ਪੰਜਾਬੀ ਸੱਭਿਆਚਾਰ ਨੂੰ ਬਹੁਤ ਵੱਡੀਆਂ ਚੁਣੌਤੀਆਂ ਹੈ ਨੇ ਇਸ ਵੇਲੇ। ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਪੰਜਾਬੀ ਸੱਭਿਆਚਾਰ ਦੀ ਹੋਂਦ ਹੀ ਜਿਹੜੀ ਹੈ ਦਾਅ 'ਤੇ ਲੱਗੀ ਹੋਈ ਹੈ, ਔਰ ਜੇ ਹਾਲਾਤ ਨਾ ਬਦਲੇ ਤਾਂ ਜੋ ਪੰਜਾਬ ਦੀ ਜਿਹੜੀ ਸੱਭਿਆਚਾਰਕ ਹੋਂਦ ਹੈ ਬਹੁਤ ਜਲਦੀ ਖਤਮ ਹੋਣ ਵਾਲੀ ਹੈ। ਮੇਰਾ ਇਹ ਵੀ ਜਿਹੜਾ ਖਦਸ਼ਾ ਹੈ। ਚਲੋ ਮੈਂ ਤਾਂ ਤੁਹਾਨੂੰ ਆਪਣੇ ਜੋ ਮੇਰੇ ਦਿਲ ਚੰਦ ਹੈ ਉਹ ਤੁਹਾਡੇ ਪ੍ਰਭਾਵ ਦੇ ਤੇ ਖਦਸ਼ੇ ਜਿਹੜੇ ਸਾਂਝੇ ਕਰ ਹੁਣ ਕੀ ਨੇ ਪੰਜਾਬੀ ਸੱਭਿਆਚਾਰ ਨੂੰ ਮਤਲਬ ਜਿਹੜੀਆਂ ਮੁੱਖ ਜਿਹੜੀਆਂ ਚੁਣੌਤੀਆਂ ਕੀ। ਹੁਣ ਇੱਕ ਚੀਜ਼ ਮੈਂ ਇੱਥੇ ਵੀ ਕਹਾਂ ਕਿ ਇੱਕ ਇਹ ਜਿਹੜੀ ਮਤਲਬ ਕਿ ਜਿਹੜੀ ਚੁਣੌਤੀ ਹੈ, ਇੱਕ ਇਹ ਜ਼ਰੂਰੀ ਨਹੀਂ ਕਿ ਮਤਲਬ ਜਿਹੜਾ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਹੈ। ਹਾਲੇ ਕਿ ਮੈਂ ਇਹ ਦੱਸ ਇੱਦਾਂ ਰਿਹਾ ਵੀ ਉਜਾਡਵਾਦ, ਸਾਮਰਾਜਿਕ ਖਪਤਕਾਰੀ ਜਿਹੜਾ ਹੈ ਵੀ ਸੱਭਿਆਚਾਰ ਤੇ ਤੀਜਾ ਪ੍ਰਵਾਸ, ਤਾਂ ਲੱਗਦਾ ਇੱਦਾਂ ਵੀ ਇਹ ਕ੍ਰੋਨੋਲੋਜੀਕਲ ਹੈ ਵੀ ਤਰੀਕਵਾਰ ਜਿੱਦਾਂ ਹੈਗਾ, ਲੇਕਿਨ ਇਹ ਮਿਕਸ ਹੈ। ਇਹ ਇੱਦਾਂ ਮਤਲਬ ਇਹਦਾ ਇਸ ਤਰ੍ਹਾਂ ਆਪਾਂ ਵਰਗੀਕਰਨ ਨਹੀਂ ਕਰ ਸਕਦੇ ਤਰੀਕ ਦੇ ਅਨੁਸਾਰ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕ੍ਰੋਨੋਲੋਜੀਕਲ ਜਿਹੜੀ ਸਟ੍ਰੈਟੀਫਿਕੇਸ਼ਨ ਨਹੀਂ ਆਪਾਂ ਕਰ ਰਹੇ। ਤਾਂ ਜਿਹੜਾ ਹੁਣ ਉਜਾਡਵਾਦ ਕੀ ਹੈ, ਹੁਣ ਮੇਰਾ ਇਹ ਮੰਨਣਾ ਹੈ ਸਭ ਤੋਂ ਵੱਡੀ ਸੱਟ ਪੰਜਾਬੀ ਸੱਭਿਆਚਾਰ ਨੂੰ ਉਜਾਡਵਾਦ ਨੇ ਮਾਰੀ। ਹੁਣ ਉਜਾਡਵਾਦ ਕੋਈ ਛੋਟੀ ਜਿਹੀ ਗੱਲ ਨਹੀਂ ਹੈਗੀ। ਕਈ ਬੰਦੇ ਜੇ ਜੱਟਵਾਦ ਕਹਿੰਦੇ, ਹੁਣ ਜੱਟਵਾਦ ਕਹਿੰਦੇ ਤਾਂ ਬੜੀ ਸਿੰਪਲ ਜਿਹੀ ਗੱਲ ਹੈ। ਇਹ ਜਿਹੜੀ ਇਹ ਬਿਲਕੁਲ ਮੈਂ ਨਹੀਂ ਮੰਨਦਾ ਵੀ ਇਹ ਜੱਟਵਾਦ ਹੈ। ਇਹ ਉਜਾਡਵਾਦ ਇੱਕ ਵੱਖਰੀ ਚੀਜ਼ ਹੈ। ਜੱਟਵਾਦ ਇੱਕ ਬੜੀ ਸੀਮਤ ਦੀ ਚੀਜ਼ ਹੈ। ਪੰਜਾਬ ਦੀ ਸਮੱਸਿਆ ਉਸ ਤੋਂ ਕਿਤੇ ਵੱਡੀ ਹੈ। ਹੁਣ ਹੋਇਆ ਕੀ ਹੈ ਕਿ ਹਰੇ ਇਨਕਲਾਬ ਤੋਂ ਬਾਅਦ ਜਿਹੜਾ ਪੰਜਾਬ ਤੇ ਉਜਾਡਵਾਦ ਪਾਰ ਹੋ ਗਿਆ। ਹੁਣ ਅਸੀਂ ਫਿਰ ਇਹਦੇ ਵੀ ਹਰਾ ਇਨਕਲਾਬ ਹੈ ਕੀ ਸੀ, ਵੀ ਕੀ ਚੀਜ਼ ਇਹੋ ਜਿਹੀ ਕੀਤੀ ਹਰੇ ਇਨਕਲਾਬ ਨੇ ਜਿਹਨਾਂ ਉਜਾਡਵਾਦ ਜਿਹੜਾ ਪਾਰ ਹੋ ਗਿਆ। ਹੁਣ ਮੈਂ ਇਹ ਕਹਿੰਦਾ ਕਿ ਅਸਲ ਦੇ ਵਿੱਚ ਜਿਹੜਾ ਹਰਾ ਇਨਕਲਾਬ ਹੈ, ਜੇ ਉਹਨੂੰ ਹੋਰ ਅਸੀਂ ਗਹਿਰਾਈ ਨਾਲ ਡੂੰਘਾਈ ਨਾਲ ਦੇਖੀਏ ਤਾਂ ਸਾਨੂੰ ਲੱਗੇਗਾ ਕਿ ਉਹ ਕਿਹੜੀ ਚੇਂਜ ਆਈ ਹੈ, ਗੁਣਾਤਮਕ ਕੁਆਲੀਟੇਟਿਵ ਚੇਂਜ ਕੀ ਹੈ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਅਮੀਰ ਕਿਸਾਨੀ ਹੈ, ਉਸ ਨੇ ਅਮਰੀਕੀ ਸਾਮਰਾਜ ਦੇ ਨਾਲ ਗੱਠਜੋੜ ਕਰਕੇ ਤਾਂ ਉਹਦੀ ਜਿਹੜੀ ਟਰਾਂਸਫਰਮੇਸ਼ਨ ਹੋ ਗਈ ਕਿ ਉਹ ਜਿਹੜੀ ਪੰਜਾਬ ਦੀ ਅਮੀਰ ਕਿਸਾਨੀ ਜਮਾਤ ਹੈ ਉਹ ਸਰਮਾਏਦਾਰੀ ਜਮਾਤ ਬਣ ਗਈ, ਉਹ ਵਿਸ਼ਵ ਮੰਡੀ ਦਾ ਹਿੱਸਾ ਬਣ ਗਈ। ਤਾਂ ਇਹ ਹੁਣ ਜਿਹੜਾ ਉਹਦਾ ਗੱਠਜੋੜ ਹੈ ਅਮਰੀਕੀ ਸਾਮਰਾਜ ਨਾਲ, ਹੁਣ ਠੀਕ ਹੈ ਮੈਂ ਸਿਰਫ ਆਪਣੇ ਪ੍ਰਭਾਵ ਤੋਂ ਦੱਸ ਰਿਹਾ ਕਿ ਉਹਨਾਂ ਨੇ ਮੁਕੰਮਲ ਜਿਹੜਾ ਪੰਜਾਬ ਤੇ ਕਬਜ਼ਾ ਕਰ ਲਿਆ। ਘੱਟੋ ਘੱਟ ਮੈਂ ਦੁਨੀਆ ਬਹੁਤ ਹਿੱਸੇ ਦੇਖੇ ਹੈ ਜਿਸ ਤਰ੍ਹਾਂ ਦਾ ਕਬਜ਼ਾ ਪੰਜਾਬ ਤੇ ਹੈ, ਇੱਦਾਂ ਦਾ ਕਿਤੇ ਕਬਜ਼ਾ ਨਹੀਂ ਹੈ। ਕਿਉਂਕਿ ਸਿਰਫ ਉਹਨਾਂ ਨੇ ਰਾਜਨੀਤਿਕ ਕਬਜ਼ਾ ਨਹੀਂ ਕੀਤਾ, ਧਰਮ ਦੇ ਉੱਪਰ ਵੀ ਕਬਜ਼ਾ ਕਰ ਲਿਆ, ਉਹਨਾਂ ਨੇ ਕੋਈ ਮੀਡੀਆ ਦੇ ਵੀ ਕਬਜ਼ਾ ਕਰ ਲਿਆ, ਕੋਈ ਲਾਈਨ ਛੱਡੀ ਨਹੀਂ। ਅਕੈਡਮਿਕ ਐਜੂਕੇਸ਼ਨ ਹਰ ਥਾਂ, ਮਾਫ ਕਰਨਾ ਇੱਥੇ ਵੀ ਮੈਨੂੰ ਕਈ ਵਾਰੀ ਦੇਖਣ ਦਾ VC ਦੇ ਆਫਿਸ
ਜਾਣ ਦਾ ਕਈ ਵਾਰੀ ਮੌਕਾ ਮਿਲਿਆ ਹੈ। ਤਾਂ ਉਹ ਨਾਲ ਬੈਠੇ ਹੁੰਦੇ ਆ ਬੰਦੇ ਕਈ ਹੋਰ ਉਹ ਤਾਂ ਭੀਮਿੰਦਰ ਹੋਣੀ ਵੀ ਜਾਣਦੇ ਹੋਣਗੇ ਵੀ ਉਹ ਮਤਲਬ ਪੂਰੀ ਡਾਇਰੈਕਟ ਇੰਟਰਫੇਰੈਂਸ ਵੀ ਇਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਤਾਂ ਮਤਲਬ ਹਰ ਇੱਕ ਖੇਤਰ ਦੇ ਵਿੱਚ ਜਿਹੜੀ ਹੈ ਜਿੱਦਾਂ ਕਬਜ਼ਾ ਹੈਗਾ। ਤਾਂ ਹੁਣ ਹੋਇਆ ਕੀ ਹੈ ਕਿ ਬਣਾਇਆ ਤਾਂ ਗਿਆ ਸੀ ਉਦੋਂ ਜਿਹੜਾ ਲਗਭਗ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੀ ਚੱਲੀਆਂ। ਹਰੇ ਇਨਕਲਾਬ ਵੇਲੇ ਹੀ ਪੰਜਾਬੀ ਸੂਬੇ ਦੇ ਜਿਹੜੀ ਗੱਲ ਹੋਈ ਹੈ, ਪੰਜਾਬੀ ਸੂਬਾ ਵੀ ਤਕਰੀਬਨ ਉਸੇ ਵੇਲੇ ਹੀ ਬਣਿਆ ਜਦੋਂ ਹਰਾ ਇਨਕਲਾਬ ਆ ਰਿਹਾ ਸੀ। ਹੁਣ ਦੋਵਾਂ 'ਚ ਕੀ ਸਾਂਝ ਹੈ? ਹੁਣ ਗੱਲ ਇਹ ਸੀਗੀ ਕਿ ਸੂਬਾ ਜਿਹੜਾ ਪੰਜਾਬੀ ਬਣਿਆ ਇਹ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਅਨੁਕੂਲ ਹੈ ਕਿ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਇਹ ਕਹਿੰਦਾ ਸੀ ਕਿ ਹਰ ਇੱਕ ਬੋਲੀ ਦੇ ਆਧਾਰਿਤ ਜਿਹੜਾ ਹੈ ਸੂਬਾ ਬਣਨਾ ਚਾਹੀਦਾ, ਤੇ ਪੰਜਾਬੀ ਦਾ ਨਹੀਂ ਬਣਿਆ ਸੀਗਾ, ਬਾਕੀ ਬੋਲੀਆਂ ਦੇ ਬਣ ਗਏ। ਤਾਂ ਇੱਕ ਜਾਇਜ਼ ਮੰਗ ਸੀ ਪੰਜਾਬੀ ਸੂਬਾ ਬਣਾਉਣ ਦੀ। ਲੇਕਿਨ ਕੀ ਪੰਜਾਬ ਦੇ ਪੰਜਾਬੀ ਸੂਬਾ ਬਣਿਆ? ਮੈਂ ਨਹੀਂ ਮੰਨਦਾ ਕਿ ਇਹ ਜਿਹੜੀ ਜਮਾਤ ਸੀ ਇਹਨਾਂ ਨੇ ਪੰਜਾਬੀ ਸੂਬਾ ਬਣਨ ਨਹੀਂ ਦਿੱਤਾ, ਇਹਨਾਂ ਨੇ ਸਿੱਖ ਸੂਬਾ ਬਣਾਉਣ ਦੀ ਕੋਸ਼ਿਸ਼ ਕੀਤੀ। ਕਿਉਂ ਕਿ ਇਹਨਾਂ ਜਿਹੜੀ ਸੂਬੇ ਦੀ ਹੱਦਬੰਦੀ ਹੋਈ ਹੈ, ਹੱਦਾਂ ਨਿਰਧਾਰਿਤ ਕੀਤੀਆਂ ਗਈਆਂ, ਉਹਦਾ ਆਧਾਰ ਕੀ ਬਣਿਆ? 1961 ਦੀ ਸੈਂਸਸ ਫਿਗਰ, ਮਰਦਮਸ਼ੁਮਾਰੀ ਦੇ ਅੰਕੜੇ। ਹੁਣ ਸਾਰਿਆਂ ਨੂੰ ਪਤਾ ਹੈ ਕਿ ਇਹ ਅੰਕੜੇ ਝੂਠੇ। 1952 ਦੇ ਵਿੱਚ 1961 ਦੀ ਦੋ ਮਰਦਮਸ਼ੁਮਾਰੀਆਂ, ਪੰਜਾਬ ਦੀ ਹਿੰਦੂ ਵਸੋਂ ਦੀ ਵੱਡੀ ਬਹੁ ਗਿਣਤੀ ਉਹ ਬੋਲਦੇ ਪੰਜਾਬੀ ਸੀ, ਲਿਖਾਈ ਹਿੰਦੀ ਹੈ। ਇਸ ਗੱਲ ਨੂੰ ਨਹਿਰੂ ਖੁਦ ਮੰਨਦਾ ਹੈ ਕਿ ਇਹ ਜਿਹੜੇ ਇਹ ਸੈਂਸਸ ਫਿਗਰ ਗਲਤ ਨੇ, ਉਹ ਕਹਿੰਦਾ ਵੀ ਇਹ ਪ੍ਰੈਜੁਡਿਸ। ਹੁਣ ਜਿਹੜੀ ਗੱਲ ਪੰਜਾਬ ਅਸੀਂ ਬਣਾ ਰਹੇ ਜਿਹੜਾ ਝੂਠ ਤੇ ਬਣਾ ਰਹੇ, ਝੂਠਾ ਮਤਲਬ ਜਿਹੜੇ ਝੂਠੇ ਫਿਗਰ ਨੇ। ਹੁਣ ਚਾਹੀਦਾ ਕੀ ਸੀਗਾ? ਜੇ ਅਸੀਂ ਪੰਜਾਬੀ ਸੂਬਾ ਬਣਾਉਣਾ ਤਾਂ ਸਾਨੂੰ ਇਹ ਨਿਰਧਾਰਿਤ ਕਰਨਾ ਚਾਹੀਦਾ ਸੀਗਾ ਕਿ ਕਿੱਥੇ ਤੱਕ ਪੰਜਾਬੀ ਬੋਲੀ ਜਾਂਦੀ ਹੈ। ਉਹ ਇਲਾਕੇ ਪੰਜਾਬੀ ਸੂਬੇ ਸ਼ਾਮਲ ਹੋਣੇ ਚਾਹੀਦੇ ਸੀ। ਤਾਂ ਉਹਦਾ ਕੀ ਤਰੀਕਾ ਸੀਗਾ? ਹੁਣ ਸਾਡੇ ਕੋਲ ਇਹ ਤਾਂ ਤਰੀਕਾ ਨਹੀਂ ਸੀਗਾ, ਹੋਰ ਕੋਈ ਤਰੀਕਾ ਲੱਭਣਾ ਇਹ ਤਾਂ ਝੂਠੇ ਫਿਗਰ ਦੇ। ਫਿਰ ਕੀ ਸੀਗਾ ਕਿ ਅਸੀਂ ਨਿਰਪੱਖ ਬੋਲੀ ਦੇ ਮਾਹਰ ਬੁਲਾਉਂਦੇ, ਉਹਨਾਂ ਨੂੰ ਕਹਿੰਦੇ ਕਿੱਥੇ ਕਿੱਥੇ ਪੰਜਾਬੀ ਬੋਲੀ ਜਾਂਦੀ ਹੈ, ਉਹ ਇਲਾਕਾ ਪੰਜਾਬੀ ਸੂਬਾ ਬਣਨਾ ਚਾਹੀਦਾ ਸੀ। ਲੇਕਿਨ ਕਿਉਂ ਇਹਨੇ ਇਸ ਜਮਾਤ ਨੇ ਜਿਹੜਾ ਹੈਗਾ ਨਹੀਂ ਬਣਨ ਦਿੱਤਾ? ਕਿ ਇਹਨਾਂ ਨੂੰ ਕੋਈ ਸਿੱਖੀ ਨਾਲ ਲਗਾ ਨਹੀਂ ਸੀ। ਇਹ ਕਹਿੰਦੇ ਵੀ ਸਾਡੀ ਜਿਹੜੀ ਹੈ ਗਵਰਨਮੈਂਟ ਇੱਥੇ ਗਰੰਟੀਡ ਬਣੇਗੀ, ਸਾਡੀ ਸਰਕਾਰ ਹੀ ਰਹੇਗੀ। ਡਿਊ ਰਿਗਾਰਡਸ ਉਨੀ ਥਾਂ ਹੀ ਪੰਜਾਬੀ ਇਹਨਾਂ ਨੇ ਸੀਮਿਤ ਕਰਤਾ ਜਿੱਥੇ ਇਹਨੂੰ ਕੰਟਰੋਲ ਕਰ ਸਕਦੇ ਸੀ, ਜਿੱਥੇ ਜਿੱਤਦੇ ਸੀ ਉਹੀ ਮੈਂ ਕਹਿ ਰਿਹਾ। ਬਿਲਕੁਲ ਤੁਸੀਂ ਜੋ ਕਹਿ ਰਹੇ ਮੈਂ ਵੀ ਉਹੀ ਕਹਿ ਰਿਹਾ। ਤਾਂ ਉਹ ਲੇਕਿਨ ਮੈਂ ਕਹਾਂਗਾ ਮਾਫ ਕਰਨਾ, ਮੈਂ ਬੜੀ ਜੇ ਤਿੱਖੀ ਗੱਲ ਕਹਾਂਗਾ ਕਿ ਇਹ ਪੰਜਾਬੀ ਬੋਲੀ ਮਾਂ ਬੋਲੀ ਨਾਲ ਗਦਾਰੀ ਸੀਗੀ। ਜਿਹੜਾ ਬਣਿਆ ਪੰਜਾਬ ਇਹ ਮਾਂ ਬੋਲੀ ਨਾਲ ਗਦਾਰੀ ਹੋਈ। ਲੇਕਿਨ ਉਸ ਤੋਂ ਦੂਜੀ ਪਹਿਲੀ ਗਦਾਰੀ ਇਸ ਜਿਹੜੀ ਉਹ ਜੱਟ ਜਮਾਤ ਨੇ ਉਹ ਕੀਤੀ। ਦੂਸਰੀ ਜਿਹੜੀ ਗਦਾਰੀ ਇਹਨਾਂ ਨੇ ਸਿੱਖੀ ਨਾਲ ਕੀਤੀ ਕਿ ਨਾਂ ਤਾਂ ਲਿਆ ਸਿੱਖ ਧਰਮ, ਕਿ ਅਸੀਂ ਸਿੱਖੀ ਦੇ ਨਾਂ ਤੇ ਸੂਬਾ ਬਣਾ ਰਹੇ ਹਾਂ। ਲੇਕਿਨ ਸਭ ਤੋਂ ਪਹਿਲਾਂ ਇਹਨਾਂ ਨੇ ਸਿੱਖੀ ਨੂੰ ਤਲਾਂਜਲੀ ਦਿੱਤੀ ਵੀ ਜਿਹੜੀ ਸਿੱਖ ਸੱਭਿਆਚਾਰ ਸੀ ਪੰਜਾਬ ਦਾ, ਜਿਹੜਾ ਸੱਭਿਆਚਾਰ ਹੈ। ਹੁਣ ਮਾਫ ਕਰਨਾ, ਮੈਂ ਕਹਿੰਦਾ ਕਿ ਪੰਜਾਬ ਦਾ ਸੱਭਿਆਚਾਰ ਸਿੱਖ ਸੱਭਿਆਚਾਰ। ਮੇਰਾ ਮੰਨਣਾ ਹੈ ਕਿ ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਸਦਾਚਾਰ ਦੀ, ਪੰਜਾਬ ਦੀ ਨੈਤਿਕਤਾ ਦਾ ਜਿਹੜਾ ਆਧਾਰ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਹੈ। ਤਾਂ ਪੰਜਾਬ ਦਾ ਸੱਭਿਆਚਾਰ ਸਿੱਖ ਸੱਭਿਆਚਾਰ। ਹੁਣ ਸਿੱਖ ਸੱਭਿਆਚਾਰ ਇਹ ਨਹੀਂ ਕਿ ਸਿੱਖਾਂ ਦਾ ਸੱਭਿਆਚਾਰ ਹੈ, ਇਹ ਬਿਲਕੁਲ ਗਲਤ ਹੈ। ਸਿੱਖ ਸੱਭਿਆਚਾਰ ਜਿਹੜਾ ਸਿੱਖ ਸ਼ਬਦ ਹੈ ਉਹ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦਾ ਮਤਲਬ ਇਹ ਨਹੀਂ ਕਿ ਸਿੱਖ ਧਰਮ ਜਾਂ ਸਿੱਖ ਮਜ਼ਹਬ ਜਾਂ ਪੰਥ। ਇਹ ਕਨਸੈਪਟ ਗੁਰੂ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਸਿੱਖ ਦਾ ਮਤਲਬ ਹੀ ਜਿਹੜਾ ਹੈ ਜਿਹੜਾ ਗੁਰੂ ਦੀ ਸਿੱਖਿਆ ਦੇ ਚੱਲਣ ਵਾਲਾ। ਤਾਂ ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹ ਚੀਜ਼ ਹੈ ਕਿ ਸਾਰੇ ਪੰਜਾਬੀ ਜਿਹੜੇ ਗੁਰੂ ਦੇ ਸਿੱਖਿਆ ਦੇ ਚੱਲਣ ਵਾਲੇ ਉਹ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ। ਤਾਂ ਇਸ ਕਰਕੇ ਜਿਹੜਾ ਇਹਨਾਂ ਦਾ ਸੰਕਲਪ ਸਿੱਖ ਦਾ ਸੀਗਾ ਉਹ ਗੁਰੂ ਗ੍ਰੰਥ ਸਾਹਿਬ ਵਾਲਾ ਹੈ ਹੀ ਨਹੀਂ ਸੀ। ਇਹ ਉਹਨਾਂ ਦਾ ਕ੍ਰਾਈਟੇਰੀਆ ਨਹੀਂ ਸੀ ਸਿੱਖ। ਉਹਦਾ ਸਿੱਖ ਜਿਹੜਾ ਉਹਨਾਂ ਨੂੰ ਲੱਗਦਾ ਸੀ ਜਿਹੜੇ ਸਿੱਖ ਧਰਮ ਨਾਲ ਜਿਹੜੇ ਸਾਨੂੰ ਵੋਟਾਂ ਪਾਉਣ ਵਾਲੇ ਬੰਦੇ ਉਹ ਹੀ ਸਿੱਖ ਹੈ।
ਤੋ ਇਹ ਜਿਹੜੀ ਬੜੀ ਵੱਡੀ ਹੁਣ ਕੀ, ਹੁਣ ਮੈਂ ਕਈ ਥਾਂ ਤੇ ਗੱਲ ਕਹੀ ਹੈ, ਮੈਂ ਇੱਥੇ ਵੀ ਦੁਹਰਾ ਦਿੰਦਾ ਕਿ ਮੈਂ ਤੁਹਾਨੂੰ ਵੀ, ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਵੀ ਸਿੱਖ ਦੀ ਵਾਕਈ ਡੈਫੀਨੇਸ਼ਨ ਹੋਰ ਹੈ, ਤੋ ਮੈਂ ਕਹਿੰਦਾ ਉਹਨਾਂ ਨੂੰ ਸਿੰਪਲ ਜੀ ਗੱਲ ਹੈ ਵੀ ਜੇ ਸਾਨੂੰ ਕੋਈ ਪੁੱਛੇ ਵੀ ਸਭ ਤੋਂ ਪਹਿਲਾਂ ਸਿੱਖ ਕੌਣ ਹੈ, ਗੁਰੂ ਹੈ ਜੀ, ਤੇ ਦੂਜਾ ਸਵਾਲ ਸਾਨੂੰ ਪੁੱਛੇ ਵੀ ਸਭ ਤੋਂ ਮਹਾਨ ਸਿੱਖ ਕੌਣ ਹੈ, ਇਹ ਦੋ ਸਵਾਲ ਹੈ। ਪਰ ਮੈਂ ਇਹਦਾ ਆਪਣੇ ਜਿੰਨੀ ਕਿ ਮੇਰੀ ਸਮਝ ਉਹਦੇ ਮੁਤਾਬਕ ਮੈਂ ਜਵਾਬ ਦਿੰਦਾ। ਮੇਰੇ ਹਿਸਾਬ ਨਾਲ ਜਿਹੜੇ ਰਾਏ ਬੁਲਾਰ ਹੈ, ਹੁਣ ਰਾਏ ਬੁਲਾਰ ਕੌਣ ਹੈ? ਨਨਕਾਣਾ ਸਾਹਿਬ ਜਿਹੜਾ ਹੈ, ਇਹ ਨਾਮ ਹੁਣ ਰੱਖਿਆ ਗੁਰੂ ਨਾਨਕ ਤੋਂ ਬਾਅਦ। ਜਿਹੜਾ ਪਹਿਲਾ ਨਾਮ ਕੀ ਉਹਦਾ, ਰਾਏ ਭੋਏ ਦੀ ਤਲਵੰਡੀ। ਤੋ ਰਾਏ ਬੁਲਾਰ ਉੱਥੋਂ ਦਾ ਸ਼ਾਸਕ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ। ਹੁਣ ਸਭ ਤੋਂ ਜਿਹੜੀ ਵੱਡੀ ਗੱਲ ਗੁਰੂ ਸਾਹਿਬ ਨੇ ਜਿਹੜਾ ਦੁਨੀਆ ਨੂੰ ਜਿਹੜਾ ਆਪਣਾ ਫਲਸਫਾ ਦਿੱਤਾ, ਸਭ ਤੋਂ ਪਹਿਲਾ ਸਟੈਪ ਹੈ, ਉਹ ਹੈ ਜਿਹਨੂੰ ਆਪਾਂ ਸੱਚਾ ਸੌਦਾ। ਜਦੋਂ ਉਹਨਾਂ ਦੇ ਪਿਤਾ ਜੀ ਨੇ 20 ਰੁਪਏ ਦਿੱਤੇ, ਹੁਣ 20 ਰੁਪਏ ਤੁਸੀਂ ਇਹ ਨਾ ਸਮਝੋ ਕਿ 20 ਰੁਪਏ ਕੀ, ਹੁਣ ਅੱਜ ਦੇ 20 ਰੁਪਏ ਦਾ ਤੁਸੀਂ ਤਾਂ ਇੱਥੋਂ ਉੱਥੇ ਤੱਕ 20 ਵੀਲਰ ਤੇ ਬੈਠੇ ਹੋਗੇ ਤੇ 20 ਰੁਪਏ ਮੰਗਦੇ ਆ, ਤੋ ਐਡਾ ਵੱਡਾ ਕੋਈ ਰਕਮ ਨਹੀਂ ਹੈ 20 ਰੁਪਏ। ਲੇਕਿਨ ਜਦੋਂ ਗੁਰੂ ਨਾਨਕ ਨੂੰ 20 ਰੁਪਏ ਦਿੱਤੇ ਗਏ ਸੀ, ਤੋ ਅੱਜ ਦੇ ਕਰੋੜਾਂ ਦੇ ਬਰਾਬਰ ਸੀ, ਉਹ ਬੜੀ ਵੱਡੀ ਰਕਮ ਸੀ। ਤੋ ਉਹਨਾਂ ਦੇ ਪਿਤਾ ਜੀ ਨੇ ਕਿਹਾ ਵੀ ਆਓ ਇਹਦੇ ਨਾਲ ਜਾ ਕੇ ਇਹਦੇ ਨਾਲ ਹੋਰ ਧਨ ਕਮਾਓ, ਬੇਸਿਕਲੀ ਇਹੀ ਮਤਲਬ ਸੀ। ਤੇ ਜਦੋਂ ਗੁਰੂ ਸਾਹਿਬ ਨੇ ਦੇਖਿਆ ਵੀ ਜਿਹੜਾ ਸਭ ਤੋਂ ਬੁਨਿਆਦੀ ਗੁਰੂ ਦਾ ਜਿਹੜਾ ਸਿਧਾਂਤ ਹੈ ਕਿ ਵੀ ਜਿਹੜਾ ਪੈਸਾ ਸਰਮਾਇਆ ਜਿਹੜਾ ਹੈ, ਇਹ ਉਹਦਾ ਸਭ ਤੋਂ ਵਧੀਆ ਯੂਜ਼ ਕੀ ਹੈ, ਉਪਯੋਗ, ਇਹ ਗੁਰੂ ਸਾਹਿਬ ਨੇ ਦੱਸਿਆ ਦੁਨੀਆ ਨੂੰ ਕਿ ਸਮਾਜ ਦਾ ਜਿਹੜਾ, ਸਮਾਜ ਦੀ ਭਲਾਈ ਜਿਹੜੀ ਹੈ, ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਇਹ ਹੈ ਪੈਸੇ ਦਾ ਕੰਮ। ਤੋ ਇਹ ਗੁਰੂ ਨਾਨਕ ਦਾ ਪਹਿਲਾ ਜਿਹੜਾ ਸਿਧਾਂਤ ਹੈ, ਉਹ ਜਦੋਂ ਵਾਪਸ ਆਏ ਨੇ ਉੱਥੋਂ, ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ, ਕਹਿੰਦਾ ਪਿਤਾ ਜੀ ਕਹਿੰਦੇ ਕੀ ਕੀਤਾ ਤੁਸੀਂ, ਜੋ ਕੀ ਕਮਾ ਕੇ ਲਿਆਏ, ਕੀ ਖੱਟ ਕੇ ਲਿਆਏ? ਉਹ ਕਹਿੰਦੇ ਮੈਂ ਬਹੁਤ ਵਧੀਆ ਸੌਦਾ ਕੀਤਾ, ਮੈਂ ਜਿਹੜੇ ਭੁੱਖੇ ਸੀ ਉਹਨਾਂ ਨੂੰ ਉਹਦਾ ਨਾਲ ਲੰਗਰ ਛਕਾਤਾ। ਸਰਦੀਆਂ ਦੇ ਦਿਨ ਸੀ, ਜਿਹੜੇ ਵਿਚਾਰੇ ਸਰਦੀ ਦੀ ਮਾਰ ਸੀ, ਜਦੋਂ ਕੱਪੜੇ ਨੇ ਉਹਨਾਂ ਨੂੰ ਕੰਬਲ ਕੁੰਬਲ ਜੋ ਰਜਾਏ, ਉਹਨਾਂ ਦੇ ਕੱਪੜੇ ਲਿਆ ਦਿੱਤੇ। ਕਹਿੰਦੇ ਮੈਂ ਤਾਂ ਉਧਰ ਲਾਤਾ। ਤਾਂ ਉਹਨਾਂ ਦੇ ਪਿਤਾ ਜੀ ਬੜੇ ਗੁੱਸੇ ਹੋਏ, ਕਹਿੰਦੇ ਤੁਸੀਂ ਤਾਂ ਸਾਰਾ ਪੈਸਾ ਉਜਾੜ। ਲੇਕਿਨ ਰਾਏ ਬੁਲਾਰ ਜਿਹੜਾ ਬੰਦਾ ਉੱਥੇ ਖੜਾ ਹੈ, ਉਹ ਕਹਿੰਦਾ ਹੈ ਇਸ ਤੋਂ ਵਧੀਆ ਕੋਈ ਹੋਰ ਸੌਦਾ ਹੋ ਨਹੀਂ ਸੀ ਸਕਦਾ। ਅੱਛਾ, ਹੁਣ ਸਿਰਫ ਇੱਕ ਤਾਂ ਹੁੰਦਾ ਜੇ ਮੇਰੇ ਤੁਹਾਡੇ ਵਰਗਾ ਵੀ ਕਹਦੇ ਹਾਂ ਜੀ ਹਾਂ ਗੁਰੂ ਸਾਹਿਬ ਨੇ ਬੜਾ ਵਧੀਆ ਕੀਤਾ, ਲੇਕਿਨ ਰਾਏ ਬੁਲਾਰ ਨੇ ਇੱਕ ਗੱਲ ਵੱਖਰੀ ਕੀਤੀ, ਉਹਨਾਂ ਨੇ ਆਪਣੀ ਅੱਧੀ, ਹੁਣ ਰਾਜਾ ਹੈ, ਇਹ ਕੋਈ ਛੋਟਾ ਮੋਟਾ ਨਹੀਂ, ਉਹਦੇ 2-4 ਕੋਠੀਆਂ ਸੀ ਗਏ ਸੀ, ਉਹ ਪੂਰਾ ਰਾਜ ਉਹਨਾਂ ਦਾ ਸੀ। ਉਹਨੇ ਕਿਹਾ ਮੇਰੀ ਅੱਧਾ ਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਸੌਦੇ ਨਾਲ। ਤਾਂ ਮੈਂ ਇਹ ਮੰਨਦਾ ਕਿ ਜਦ ਉਹਨਾਂ ਦੇ ਪਿਤਾ ਜੀ ਤੱਕ ਬਹੁਤ ਗੁੱਸੇ ਹੋਏ ਨੇ, ਤੇ ਰਾਏ ਬੁਲਾਰ ਉੱਥੇ ਕਹਿੰਦਾ ਇਹੀ ਠੀਕ ਹੈ। ਤਾਂ ਗੁਰੂ ਦੇ ਸਿਧਾਂਤ ਨੂੰ ਸਮਝਣ ਵਾਲਾ ਜੇ ਪਹਿਲਾ ਬੰਦਾ ਹੈ ਦੁਨੀਆ 'ਚ ਤਾਂ ਰਾਏ ਬੁਲਾਰ ਹੈ। ਤਾਂ ਮੇਰੀ ਪਰਿਭਾਸ਼ਾ ਅਨੁਸਾਰ ਉਹ ਗੁਰੂ ਦਾ ਪਹਿਲਾ ਸਿੱਖ ਹੈ। ਅੱਛਾ, ਦੂਸਰਾ ਮੇਰਾ ਸਵਾਲ, ਉਹਦਾ ਵੀ ਮੈਂ ਜਵਾਬ ਦਿੰਦਾ ਵੀ ਸਭ ਤੋਂ ਮਹਾਨ ਸਿੱਖ ਕੌਣ? ਤਾਂ ਮੈਂ ਕਹਾਂਗਾ ਕਿ ਭਾਈ ਮਰਦਾਨਾ ਜੀ। ਜੇ ਆਪਾਂ ਇਹ ਵੀ ਦੇਖੀਏ ਵੀ ਜਿੰਨਾ ਸਮਾਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਨਾਲ ਗੁਜ਼ਾਰਿਆ, ਕਿਸੇ ਨੂੰ ਵੀ ਉਹਨਾਂ ਦੇ ਕਿਸੇ ਪਤਨੀ ਨੂੰ, ਆਪਣੇ ਪਿਤਾ ਨੂੰ, ਬੱਚਿਆਂ ਨੂੰ, ਕਿਸੇ ਦੋਸਤ ਹੋ, ਕਿਸੇ ਨੂੰ ਇੰਨਾ ਸਮਾਂ ਉਹਨਾਂ ਨਾਲ ਗੁਜ਼ਾਰਨ ਦਾ ਸੁਭਾਗ ਨਹੀਂ ਮਿਲਿਆ। ਦੂਸਰੀ ਚੀਜ਼ ਕਿ ਗੁਰੂ ਨਾਨਕ ਨੇ ਜੋ ਦੁਨੀਆ ਨੂੰ ਆਪਣਾ ਸੁਨੇਹਾ ਦਿੱਤਾ ਹੈ, ਭਾਈ ਮਰਦਾਨਾ ਉਹਦਾ ਅਟੁੱਟ ਅੰਗ ਨੇ। ਤੋ ਭਾਈ ਗੁਰਦਾਸ ਸਾਡੇ ਸਭ ਤੋਂ ਜੇ ਕਹੀਏ ਵੱਡੇ ਫਿਲਾਸਫਰ, ਉਹ ਕਹਿੰਦੇ ਨੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੋ ਇਹ ਇੱਕ ਯੂਨਿਟ ਬਣਦੀ ਹੈ। ਤੇ ਗੁਰੂ ਸਾਹਿਬ ਭਾਈ ਮਰਦਾਨਾ ਜੀ ਉਹ ਜਿਹੜਾ ਗੁਰੂ ਦਾ ਸੁਨੇਹੇ ਦੇ ਵਿੱਚ ਪੂਰੇ ਭਾਗੀਦਾਰ ਨੇ। ਸੁਨੇਹਾ ਤੇ ਆਮ ਤੌਰ ਤੇ ਆਪਾਂ ਸੁਣਦੇ ਹੁੰਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਮਰਦਾਨਾ ਛੇੜ ਰਬਾਬ ਪਾਣੀ ਆਈ ਹੈ। ਤੋ ਇਹ ਏਡਾ ਵੱਡਾ ਰੁਤਬਾ ਕਿਸੇ ਦੁਨੀਆ 'ਚ ਕਿਸੇ ਸਿੱਖ ਨੂੰ ਹਾਸਲ ਨਹੀਂ ਹੋਇਆ, ਉਹ ਭਾਈ ਮਰਦਾਨਾ। ਤੋ ਹੁਣ ਇਹ ਪਹਿਲਾ ਸਿੱਖ ਵੀ ਜਿਹੜਾ ਰਾਏ ਬੁਲਾਰ ਹੈ, ਤੇ ਜਿਹੜਾ ਮਹਾਨ ਸਿੱਖ ਜਿਹੜਾ ਭਾਈ ਮਰਦਾਨਾ ਹੈ, ਤੇ ਫਿਰ ਇਹਦਾ ਮਤਲਬ ਕੀ ਹੋਇਆ? ਉਹਨੇ ਸਾਂਝ ਕੀ ਹੈ ਦੋਵਾਂ? ਇਹ ਦੋਨੋਂ ਮੁਸਲਮਾਨ ਹੈ। ਤੋ ਇਹ ਹੈ ਸਵਾਲ ਵੀ ਸਿੱਖ ਹੋਣ ਵਾਸਤੇ ਹਿੰਦੂ ਮੁਸਲਮਾਨ ਸਿੱਖ ਦੀ ਗੱਲ ਨਹੀਂ ਹੈ, ਗੁਰੂ ਦੀ ਸਿੱਖਿਆ ਦੇ ਚੱਲਣ ਵਾਲੀ ਗੱਲ ਹੈ। ਤੋ ਉਹ ਹੈ ਸਿੱਖ ਸੱਭਿਆਚਾਰ ਦੀ, ਮੈਂ ਇਸ ਦੀ ਗੱਲ ਕਰਦਾ। ਤੇ ਉਹਦੇ ਉਸ ਪਰਿਭਾਸ਼ਾ ਦੇ ਅਨੁਸਾਰ ਸਾਰੇ ਪੰਜਾਬੀ ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਦੇ, ਜਿੱਦਾਂ ਰਸ ਪੂਰਨ ਸਿੰਘ ਨੇ ਕਿ
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਤਾਂ ਅਸੀਂ ਸਾਰੇ ਹੀ ਸਿੱਖ ਹਾਂ। ਤੋ ਇਹ ਜਿਹੜਾ ਸਿੱਖ ਸੱਭਿਆਚਾਰ ਸੀਗਾ, ਜਿਹੜਾ ਮੁੱਖ ਤੌਰ ਤੇ ਹਰੇ ਇਨਕਲਾਬ ਤੱਕ ਸੀਗਾ, ਲੇਕਿਨ ਇਸ ਜਿਹੜੀ ਜਮਾਤ ਜਿਹੜੀ ਮੈਂ ਦੱਸਿਆ ਕਿ ਜਿਹੜੀ ਕਿਸਾਨੀ ਅਮੀਰ ਕਿਸਾਨੀ ਤੋਂ ਸਰਮਾਏਦਾਰ ਜਮਾਤ ਬਣੀ ਹੈ, ਇਹਨੇ ਪਹਿਲਾ ਕੰਮ ਕੀਤਾ ਵੀ ਸਿੱਖ ਸੱਭਿਆਚਾਰ ਦੀ ਛੁੱਟੀ ਕਰ ਦਿੱਤੀ। ਪਹਿਲਾਂ ਪੰਜਾਬੀ ਮਾਂ ਬੋਲੀ ਨਾਲ ਗਦਾਰੀ ਕੀਤੀ, ਫਿਰ ਇਹਨਾਂ ਸਿੱਖ ਸੱਭਿਆਚਾਰ ਔਰ ਸਿੱਖ ਵਿਰਾਸਤ ਨੂੰ ਤਿਲਾਂਜਲੀ ਪੂਰੀ ਤਰ੍ਹਾਂ ਦੇ ਦਿੱਤੀ, ਔਰ ਪੂਰੀ ਤਰ੍ਹਾਂ ਇਹਨਾਂ ਨੇ ਜਿਹੜਾ ਹੈ ਸਾਮਰਾਜੀ ਖਪਤਕਾਰ ਜਿਹੜਾ ਸੱਭਿਆਚਾਰ ਹੈ ਉਹਨੂੰ ਜੱਫਾ ਪਾਇਆ, ਉਹਨੂੰ ਅਪਣਾ ਲਿਆ। ਤੋ ਇਹ ਹੈ ਸੱਚਾਈ ਪੰਜਾਬ ਦੀ ਕਿ ਸਿੱਖ ਸੱਭਿਆਚਾਰ ਨੂੰ ਤੇ ਇਹਨਾਂ ਨੇ ਇੱਥੋਂ ਮਲਿਆ ਮੇਟ ਕਰਕੇ ਤੇ ਉਹਦੀ ਥਾਂ ਤੇ ਸਾਮਰਾਜੀ ਜਿਹੜੀ ਇੰਪੀਰੀਅਲਿਸਟ ਕੰਜ਼ਿਊਮਰ ਕਲਚਰ, ਔਰ ਇਹ ਮਾਣ ਜੋ ਕਹਿ ਲਓ ਜਾਂ ਜੋ ਵੀ ਕਹਿ ਲਓ ਕਿ ਪੰਜਾਬ ਜੇ ਕੋਈ ਕਰੇ, ਦੁਨੀਆ 'ਚ ਮੈਂ ਇੰਨੀ ਦੇਖੀ ਘੁੰਮ ਕੇ ਜਿਸ ਸ਼ਿੱਦਤ ਨਾਲ ਪੰਜਾਬ ਤੇ ਪੰਜਾਬੀ ਕੰਜ਼ਿਊਮਰ ਕਲਚਰ ਦੇ ਪੈਰੋਕਾਰ ਬਣੇ ਆ, ਘੱਟੋ ਘੱਟ ਮੈਂ ਦੁਨੀਆ 'ਚ ਕੋਈ ਹੋਰ ਇਹੋ ਜਿਹੀ ਨਹੀਂ ਦੇਖੀ ਕਮਿਊਨਿਟੀ। ਤਾਂ ਇਹ ਹੈ ਉਜੜਵਾਦ ਕਿ ਸਾਡੀ ਏਡੀ ਵੱਡੀ ਸੀ ਤੇ ਇਹਨਾਂ ਨੇ ਜਿਹੜੀ ਸਿੱਖ ਸੱਭਿਆਚਾਰ ਦੀ ਨੈਤਿਕਤਾ ਸੀ, ਸਦਾਚਾਰ ਸੀ, ਉਹਦੀ ਥਾਂ ਤੇ ਇਹਨਾਂ ਨੇ ਸਾਨੂੰ ਬੰਦੇ ਹੀ ਨਹੀਂ ਰਹਿਣ ਦਿੱਤਾ, ਚੱਕ ਕੇ ਮਤਲਬ ਖਪਤਕਾਰ ਬਣਾਤਾ, ਸਾਨੂੰ ਡਿਗਰੇਡ ਕਰਤਾ, ਹਿਊਮਨ ਬੀਇੰਗ ਤੋਂ ਸਾਨੂੰ ਕੰਜ਼ਿਊਮਰ ਬਣਾਤਾ, ਮਨੁੱਖ ਤੋਂ ਖਪਤਕਾਰ ਤੱਕ ਸਾਡੀ ਪਹੁੰਚ ਸੀਮਿਤ ਕਰ। ਤਾਂ ਇਹ ਹੈ ਉਜੜਵਾਦ। ਤਾਂ ਇਹ ਸਾਡੇ ਸੱਭਿਆਚਾਰ ਨੂੰ ਸਭ ਤੋਂ ਵੱਡੀ ਚੁਣੌਤੀ ਹੈ। ਤੇ ਉਹਦੇ ਨਾਲ ਹੀ ਜਿਹੜਾ ਮੈਂ ਜਿਸ ਤਰ੍ਹਾਂ ਕਿਹਾ ਕਿ ਸਾਮਰਾਜੀ ਜਿਹੜੀ ਖਪਤਕਾਰੀ ਸੱਭਿਆਚਾਰ ਹੈ, ਤਾਂ ਹੀ ਮੈਂ ਕਿਹਾ ਸੀ ਕਿ ਇਹ ਚੀਜ਼ਾਂ ਮਿਲਦੀਆਂ ਨੇ, ਮਿਕਸ ਵੀ ਹੁੰਦੀਆਂ ਨੇ। ਇਹ ਜਿਹੜਾ ਅੱਜ ਜਿਹੜਾ ਹੈ, ਜਦੋਂ ਜਿਹੜਾ ਸਾਮਰਾਜ ਹੈ ਸੰਸਾਰੀਕਰਨ ਦੇ ਵਿੱਚ, ਗਲੋਬਲਾਈਜੇਸ਼ਨ ਦੇ ਵਿੱਚ ਬਦਲ ਜਾਂਦਾ ਹੈ, ਤਾਂ ਜਿਹੜੀ ਮੁੱਖ ਵਿਰੋਧਤਾਈ ਹੈ ਉਹ ਵੀ ਬਦਲ ਜਾਂਦੀ ਹੈ ਦੁਨੀਆ। ਹੁਣ ਗੱਲ ਕੀ ਹੈ ਕਿ ਜਿਹੜਾ ਸਾਮਰਾਜ ਹੈ, ਹੁਣ ਸਾਮਰਾਜ ਵੀ ਸਰਮਾਏਦਾਰੀ ਹੈ, ਸੰਸਾਰੀਕਰਨ ਵੀ ਸਰਮਾਏਦਾਰੀ, ਕੈਪੀਟਲ, ਇਹ ਸਾਰੀਆਂ ਕੈਪੀਟਲਿਜ਼ਮ ਦੇ ਵੱਖ-ਵੱਖ ਪੜਾਅ ਹੈ। ਹੁਣ ਲੇਕਿਨ ਜਦੋਂ ਸਰਮਾਏਦਾਰੀ ਸਾਮਰਾਜ ਦੇ ਵਿੱਚ ਬਦਲ ਗਈ, ਤਾਂ ਠੀਕ ਹੈ ਕਿ ਹੈ ਤਾਂ ਸਰਮਾਏਦਾਰੀ, ਲੇਕਿਨ ਉਹਦੀ ਆਪਣੀ ਸੁਤੰਤਰ ਹੋਂਦ ਹੈ, ਉਹਦੀ ਆਪਣੀ ਵੱਖਰੀ ਹੋਂਦ ਹੈ। ਉਹਦੇ ਜਿਹੜੀ ਚੀਜ਼ ਦੀ ਆਪਣੀ ਹੋਂਦ ਹੈ, ਉਹਦੇ 'ਚ ਕੋਈ ਵਿਸ਼ੇਸ਼ ਗੁਣ ਆਪਣੇ ਨੇ, ਜਿਹੜੇ ਲੱਛਣ ਕਹਿ ਲਓ, ਗੁਣ ਕਹਿ ਲਓ, ਕਰੈਕਟਰਿਸਟਿਕਸ ਕਹਿ ਲਓ, ਤਾਂ ਉਹ ਲੈਣੇ ਨੇ। ਚਲੋ ਮੈਂ ਹੁਣ ਕਈ ਦੱਸੇ ਨੇ ਵੀ ਕਿੱਦਾਂ ਜਿਹੜਾ ਸਰਮਾਏਦਾਰੀ ਜਦੋਂ ਸਾਮਰਾਜ ਜਿਹੜੀ ਬਦਲਦੀ ਹੈ ਤਾਂ ਕੀ ਉਹਦੇ 'ਚ ਆ ਜਾਂਦਾ ਹੈ। ਤਾਂ ਚਲੋ ਬਹੁਤ ਨੇ, ਪਰ ਮੈਂ ਦੋ ਬਰੀਫ 'ਚ ਗੱਲ ਦੱਸਦਾ ਵੀ। ਇੱਕ ਤਾਂ ਜਿਹੜੀ ਹੈਗੀ ਕਿ ਜਿਹੜੀ ਸਰਮਾਇਆ ਜਿਹੜਾ ਉਦੋਂ ਤੱਕ ਜਿਹੜਾ ਸਰਮਾਏਦਾਰੀ ਦੇ ਕੋਲ ਇੰਡਸਟਰੀਅਲ ਕੈਪੀਟਲ ਸੀ, ਤੇ ਇੱਕ ਜਿਹੜੇ ਬੈਂਕ ਸੀ ਉਹ ਵੱਖਰੇ ਸੀ। ਫਾਈਨੈਂਸ ਜਿਹੜੇ ਸਰਮਾਏ ਦੇ ਦੋ ਵੱਡੇ ਅੰਗ ਨੇ, ਇੰਡਸਟਰੀਅਲ ਕੈਪੀਟਲ ਤੇ ਫਾਈਨੈਂਸ ਕੈਪੀਟਲ, ਉਹ ਸਰਮਾਏਦਾਰੀ ਦੇ ਵਿੱਚ ਸੈਪਰੇਟ ਸੀ। ਜਦੋਂ ਸਾਮਰਾਜ ਦੀ ਅਵਸਥਾ ਬਣਦੀ ਹੈ ਤੇ ਦੋਨੋਂ ਮਿਲ ਜਾਂਦੇ, ਫਿਊਜ਼ ਹੋ ਜਾਂਦੇ। ਹੁਣ ਉਹਦੀ ਮਿਲਵੇਂ ਤਾਕਤ ਇੰਨੀ ਤਕੜੀ ਹੋ ਜਾਂਦੀ ਹੈ ਕਿ ਹੁਣ ਉਹਦੇ ਸਰਮਾਏ ਦੇ ਸਿਰ ਤੇ ਦੂਜੀਆਂ ਕੌਮਾਂ ਨੂੰ ਗੁਲਾਮ ਬਣਾਇਆ ਜਾ ਸਕਦਾ। ਤਾਂ ਜਿਹੜਾ ਸਰਮਾਏਦਾਰੀ ਸੀ ਉਹ ਇੱਕ ਜਿਹੜੀ ਨੇਸ਼ਨ ਦਾ ਕਾਨਸੈਪਟ ਸੀਗਾ। ਅਸਲ ਦੇ ਵਿੱਚ ਕਈ ਲੋਕ ਤੁਹਾਡੇ ਤੋਂ ਜਾਣਦੇ ਹੋਣਗੇ ਕਿ ਨੇਸ਼ਨ ਦਾ ਕਾਨਸੈਪਟ ਹੀ ਸਰਮਾਏਦਾਰੀ ਦਾ, ਕੈਪੀਟਲਿਜ਼ਮ, ਕਿਉਂਕਿ ਉਹਨੇ ਆਪਣੀਆਂ ਹੱਦਾਂ ਇਹ ਮੇਰੀ ਹੈ, ਜਿੱਦਾਂ ਇਹ ਮੇਰਾ ਡੋਮੀਨੇਸ਼ਨ ਐਕਸਪਲੋਇਟੇਸ਼ਨ ਦਾ ਏਰੀਆ। ਤੋ ਹੱਦਬੰਦੀ ਜਿਹੜੀ ਨੈਸ਼ਨਲ ਹੱਦਬੰਦੀ ਕੀਤੀ ਸਰਮਾਏਦਾਰੀ ਨੇ ਕੀਤੀ। ਨੇਸ਼ਨ ਦਾ ਜਿਹੜੇ ਸਾਡੇ ਕਈ ਸਿੱਖ ਵਿਦਵਾਨ ਵੀ ਨੇਸ਼ਨ ਨੂੰ ਬੜਾ ਚੱਕਰੇ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਕਿ ਕੌਮ ਜਿੱਦਾਂ ਸਿੱਖੀ ਦਾ ਸੰਕਲਪ ਹੈ, ਇਹ ਸਿੱਖੀ ਦਾ ਸੰਕਲਪ ਨਹੀਂ ਹੈ, ਗੁਰੂ ਦਾ ਸੰਕਲਪ ਨਹੀਂ ਹੈ, ਕੌਮ ਇਹ ਸਰਮਾਏਦਾਰੀ ਦਾ ਸੰਕਲਪ ਹੈ। ਤੋ ਖੈਰ ਸਾਮਰਾਜ ਬਣਦਾ ਤੇ ਉਹ ਮਤਲਬ ਉਹ ਕੌਮ ਦੀ ਵੀ ਉਹਨਾਂ ਨੇ ਆਪਣੀਆਂ ਹੱਦਾਂ ਵੀ ਜਿਹੜੀਆਂ ਆਪੇ ਹੀ ਵਾਇਲੇਟ ਕਰਤੀਆਂ। ਉਹਨਾਂ ਨੇ ਜਾ ਕੇ ਦੂਜੇ ਦੇਸ਼ਾਂ, ਕਿਉਂਕਿ ਉਹਨਾਂ ਕੋਲ ਤਾਕਤ ਹੋ ਗਈ, ਸਰਮਾਇਆ ਜਿਹੜਾ ਇੰਨਾ ਤਕੜਾ ਹੋਇਆ, ਫਾਈਨੈਂਸ ਤੇ ਇੰਡਸਟਰੀਅਲ ਕੈਪੀਟਲ ਮਿਲ ਗਿਆ ਕਿ ਉਹਨਾਂ ਕੋਲ ਇੰਨੀ ਤਾਕਤ ਆ ਗਈ ਕਿ ਉਹ ਆਪਣੀ ਸਰਹੱਦਾਂ ਤੋਂ ਬਾਹਰ ਜਾ ਕੇ ਦੂਜਿਆਂ ਨੂੰ ਗੁਲਾਮ ਬਣਾ। ਤੋ ਇਹ ਜਿਹੜਾ ਹੈ ਹੁਣ ਜਦੋਂ ਇਹ ਜੇ ਆਪਾਂ ਕਹਿ ਲਈਏ ਕਿ ਸਰਮਾਏਦਾਰੀ ਦੇ ਸਾਮਰਾਜ, ਰਵਾਇਤੀ ਸਾਮਰਾਜ ਕਹਿ ਲਈਏ, ਕਿਉਂਕਿ ਹੁਣ ਸੰਸਾਰੀਕਰਨ ਦਾ ਦੌਰ ਹੈ। ਰਵਾਇਤੀ ਸਾਮਰਾਜ ਮੈਂ ਕਹਿੰਦਾ ਹੁੰਦਾ ਕਿ ਇੱਕ ਨੇਜ਼ੇ ਦੇ ਤਰ੍ਹਾਂ, ਨੇਜ਼ਾ ਇੱਕ ਪੱਖ ਹੈ ਉਹਦਾ, ਪੈਸਾ ਸਰਮਾਇਆ, ਉਹਦੇ ਨਾਲ ਮਤਲਬ ਨੇਜ਼ੇ ਦਾ ਹਮਲਾ, ਉਹਦੇ ਨਾਲ ਤੁਹਾਨੂੰ ਗੁਲਾਮ ਬਣਾਇਆ ਗਿਆ। ਲੇਕਿਨ ਜਦੋਂ ਸੰਸਾਰੀਕਰਨ ਜਾਂ ਗਲੋਬਲਾਈਜੇਸ਼ਨ ਜਾਂ ਵਿਸ਼ਵੀਕਰਨ ਦੇ ਹੁਣ ਮੇਰੀ ਜਿਹੜੀ ਪਰਿਭਾਸ਼ਾ ਨਾ, ਲੈਨਨ ਦੀ ਪਰਿਭਾਸ਼ਾ ਸੀ ਕਿ ਇੰਪੀਰੀਅਲਿਜ਼ਮ ਇਜ਼ ਦੀ ਹਾਈਐਸਟ ਸਟੇਟ ਆਫ ਕੈਪੀਟਲਿਜ਼ਮ, ਸਾਮਰਾਜ ਸਰਮਾਏਦਾਰੀ ਦੀ ਸਭ ਤੋਂ ਉੱਪਰ ਦੀ ਅਵਸਥਾ ਹੈ। ਹੁਣ ਮੇਰੀ ਜਿਹੜੀ ਹੈਗੀ ਆ
ਡੈਫੀਨੇਸ਼ਨ ਗਲੋਬਲਾਈਜੇਸ਼ਨ ਦੀ, ਮੈਂ ਕਹਿੰਦਾ ਕਿ ਗਲੋਬਲਾਈਜੇਸ਼ਨ ਇਜ਼ ਦੀ ਹਾਈਐਸਟ ਸਟੇਜ ਆਫ ਇੰਪੀਰੀਅਲਿਜ਼ਮ, ਕਿ ਜਿਹੜੀ ਸੰਸਾਰੀਕਰਨ ਹੈ, ਵਿਸ਼ਵੀਕਰਨ ਹੈ, ਇਹ ਸਾਮਰਾਜ ਦੀ ਸਭ ਤੋਂ ਉੱਪਰਲੀ ਅਵਸਥਾ। ਤਾਂ ਸ਼ਾਇਦ ਕਿਤੇ ਮੇਰਾ ਵੀ ਕਿਤੇ ਲੋਕ ਮੈਨੂੰ ਇਸ ਗੱਲ ਤੋਂ ਯਾਦ ਕਰਨ ਕਿਸੇ ਵੇਲੇ, ਹੋ ਸਕਦਾ ਹੈ। ਚਲੋ ਖੈਰ, ਫਰਕ ਕੀ ਹੈ ਕਿ ਉਹ ਨੇਜਾ ਸੀਗਾ, ਇਹ ਤਰਸ਼ੂਲ ਹੈ। ਸੈਂਟਰ ਦੇ ਵਿੱਚ ਤਾਂ ਹੈਗਾ ਜਿਹੜਾ ਉਹ ਸਰਮਾਇਆ, ਲੇਕਿਨ ਉਹਦੇ ਨਾਲ ਦੋ ਅਟੈਕ ਹੋਰ ਹੋ ਗਏ, ਇੱਕ ਸੱਭਿਆਚਾਰ, ਇੱਕ ਪਾਸੇ ਟੈਕਨੋਲੋਜੀ। तो ये तीन पक्खा हमला है दूजिਆਂ ਨੂੰ ਗੁਲਾਮ ਬਣਾਉਣ, ਸਰਮਾਏ ਨਾਲ, ਸੱਭਿਆਚਾਰ ਨਾਲ ਤੇ ਟੈਕਨੋਲੋਜੀ ਨਾਲ। तो ये गुलामी मुकम्मल होना। तो ये ਜਿਹੜੀ ਚੀਜ਼ ਹੈ ਕਿ ਆਪਾਂ ਹੁਣ ਜਿਹੜਾ ਮੇਰਾ ਇਹ ਮੰਨਣਾ ਹੈ ਕਿ ਤਿੰਨਾਂ ਚੋਂ ਇਸ ਵੇਲੇ ਜਿਹੜੀ ਮੁੱਖ ਗੁਲਾਮੀ ਸੱਭਿਆਚਾਰ ਦੀ ਹੈ ਅੱਜ ਜਿਹੜੀ, ਕਿਉਂਕਿ ਹੋ ਕੀ ਰਿਹਾ ਕਿ ਜਿਹੜੀ ਗਲੋਬਲਾਈਜੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਸਾਮਰਾਜ, ਜਿਹੜਾ ਸੱਭਿਆਚਾਰ ਹੈ, ਇਹ ਦੂਜੇ ਸੱਭਿਆਚਾਰਾਂ ਦੀ ਵਿਲੱਖਣ ਜਿਹੜੀ ਹੋਂਦ ਹੈ, ਉਹਨਾਂ ਸੁਤੰਤਰ ਹੋਂਦ ਨੂੰ ਖਤਮ ਕਰ ਰਿਹਾ, ਆਪਣਾ ਸਾਰਿਆਂ ਨੂੰ ਆਪਣੇ ਕਲਾਵੇ 'ਚ ਲੈ ਰਿਹਾ, ਉਹਨਾਂ ਦੀ ਜਿਹੜੀ ਵਿਲੱਖਣਤਾ, ਸੱਭਿਆਚਾਰਕ ਵਿਲੱਖਣਤਾ, ਉਹਨਾਂ ਨੂੰ ਖਤਮ ਕਰ ਰਿਹਾ। ਤੋ ਇਸ ਕਰਕੇ ਜਿਹੜਾ ਹੈਗਾ ਅੱਜ ਜਿਹੜਾ ਸਾਨੂੰ ਖਤਰਾ ਜਿਹੜਾ ਗੁਲਾਮੀ ਜੇ ਹੈ, ਅਸਲ ਦੇ ਵਿੱਚ ਪੰਜਾਬ ਦੀ ਗੁਲਾਮੀ ਹੈ, ਤੇ ਹੁਣ ਮਤਲਬ ਸਭ ਤੋਂ ਜ਼ਿਆਦਾ ਸੱਭਿਆਚਾਰਕ ਗੁਲਾਮੀ ਹੈ ਕਿ ਅਸੀਂ ਖਪਤਕਾਰੀ ਸੱਭਿਆਚਾਰ ਦੇ ਗੁਲਾਮ। ਹੁਣ ਆਖਰੀ ਗੱਲ ਜਿਹੜੀ ਮੈਂ ਅੱਜ ਕਰਨੀ ਹੈ ਕਿ ਜਿਹੜੀ ਪੰਜਾਬੀ ਸੱਭਿਆਚਾਰ ਨੂੰ ਸਭ ਤੋਂ ਵੱਡਾ ਜਿਹੜਾ ਖਤਰਾ ਹੁਣ ਹੋ ਗਿਆ ਉਹ ਹੈ ਪ੍ਰਵਾਸ। ਹੁਣ ਪ੍ਰਵਾਸ ਦੇ ਨਾਲ ਜਿਹੜਾ ਹੈਗਾ, ਹੁਣ ਸਿਧਾਂਤਕ ਤੌਰ ਤੇ ਤਾਂ ਅਸੀਂ ਪਹਿਲਾਂ ਹੀ ਕਮਜ਼ੋਰ ਹੋਏ, ਹੁਣ ਪ੍ਰਵਾਸ ਜਿਹੜਾ ਸਾਨੂੰ ਜਿਸਮਾਨੀ ਤੌਰ ਤੇ ਵੀ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਰੁਝਾਨ ਹੈ ਕਿ ਪੰਜਾਬੀ ਜਿਹੜੇ ਉਹ ਬਹੁਤ ਵੱਡੇ ਪੱਧਰ ਤੇ ਬਾਹਰ ਜਾ ਰਹੇ ਹਨ, ਔਰ ਉਹਦੀ ਜਿਹੜੀ ਰਿਪਲੇਸਮੈਂਟ ਹੋ ਰਹੀ ਹੈ ਉਹ ਗੈਰ ਪੰਜਾਬੀ। तो आखिर जे रुझान चलता रहा तो की होएगा? तो मेरा ये मनना है कि पंजाबी लोग बहुत जल्दी पंजाब दे विच घट गिनती हो जाते। हुण कई लोग ये कहते जी कोई नहीं, पंजाब तो हुंदा ही आया, जिहड़े वख-वख लोग सभ्याचार आए तो फिर वो जिहड़े साडे विच जज्ब हो गए। ठीक, ये भी गल ठीक है, लेकिन जिहड़े ऐतकी क्यों इदां नहीं होए होण दी संभावना। ਹੁਣ ਉਹ ਆਉਂਦੇ ਸੀਗੇ ਥੋੜੇ ਲੋਕ ਆਉਂਦੇ ਸੀ, ਤਾਂ ਬਹੁ ਗਿਣਤੀ ਦੇ ਵਿੱਚ ਜਿਹੜੇ ਥੋੜਿਆਂ ਨੇ ਆ ਕੇ ਸੰਭਾਲਣਾ, ਤੇ ਹੁਣ ਤਾਂ ਹਾਲਾਤ ਇਹ ਹੋ ਜਾਣੇ ਆ ਕਿ ਅਸੀਂ ਘੱਟ ਗਿਣਤੀ ਹੋਣੇ, ਫਿਰ ਸਾਨੂੰ ਉਹਨਾਂ ਦਾ ਸੱਭਿਆਚਾਰ ਅਪਣਾਉਣਾ ਪਏਗਾ ਕਿ ਉਹਨਾਂ ਨੂੰ ਸਾਡਾ ਅਪਣਾਉਣਾ ਪਏਗਾ। ਤਾਂ ਇਸ ਕਰਕੇ ਜੇ ਪ੍ਰਵਾਸ ਜਿਹੜਾ ਹੈਗਾ, ਹੋਰ ਪ੍ਰਵਾਸ ਦਾ ਮੇਰਾ ਵਿਸ਼ਾ ਨਹੀਂ ਹੈ, ਪ੍ਰਵਾਸ ਨੇ ਕਿੰਨਾ ਕੁ ਪੰਜਾਬ ਨੂੰ ਬਰਬਾਦ ਕੀਤਾ। ਮੋਟੇ ਤੌਰ ਤੇ ਮੈਂ ਕਹਿੰਦਾ ਹੁੰਦਾ ਕਿ ਪੰਜਾਬ ਨੂੰ 50% ਹਰੇ ਇਨਕਲਾਬ ਨੇ ਬਰਬਾਦ ਕਰਤਾ, ਤੇ ਬਾਕੀ ਦਾ ਜਿਹੜਾ ਬਚਿਆ 50% ਹੁਣ ਇਹ ਪ੍ਰਵਾਸ ਬਰਬਾਦ ਕਰ ਰਿਹਾ। ਚਲੋ ਖੈਰ, ਲੇਕਿਨ ਅੱਜ ਮੇਰਾ ਸਿਰਫ ਸੱਭਿਆਚਾਰਕ ਉਹਦੇ ਵਿੱਚ ਮੈਂ ਸੀਮਿਤ ਰਹਾਂ ਕਿ ਮੈਂ ਹੁਣ ਜਲਦੀ ਗੱਲ ਨੂੰ ਨਿਬੇੜਾਂ। ਇਸ ਕਰਕੇ ਜਿਹੜਾ ਇਸ ਵੇਲੇ ਜਿਹੜੀ ਉਹ ਪੰਜਾਬੀ ਸੱਭਿਆਚਾਰ ਨੂੰ ਜਿਹੜੀ ਸਭ ਤੋਂ ਵੱਡੀ ਚੁਣੌਤੀ ਪ੍ਰਵਾਸ ਦੀ ਹੈ, ਕਿਉਂਕਿ ਅਸੀਂ ਸਾਡਾ ਗਿਣਤੀ ਨਹੀਂ ਜਾਣੀ, ਅਸੀਂ ਘੱਟ ਗਿਣਤੀ ਹੋ ਜਾਣਾ, ਤਾਂ ਸਾਡਾ ਸੱਭਿਆਚਾਰ ਨਹੀਂ ਬਚਣਾ। ਹੁਣ ਚਲੋ ਮੈਂ ਆਖਰੀ ਗੱਲ ਇਹ ਇੱਕ ਕਿਤਾਬ ਨਾਲ ਰਿਲੇਟਡ ਵੀ ਕਰ ਦਿੰਦਾ ਕਿ ਪਟਿਆਲਾ ਸ਼ਹਿਰ ਜਾਂ ਪਟਿਆਲਾ ਰਿਆਸਤ ਬਣਾਉਣ ਵਾਲੇ ਕੌਣ ਸੀ? ਸਿੱਧੂ ਜੱਟ ਸੀਗਾ, ਜੱਟ ਸਿੱਧੂ ਇਹਨਾਂ ਨੇ ਬਣਾਇਆ। ਹੁਣ ਜਿਹੜੇ ਲੋਕ ਬਣਾਉਣ ਵਾਲੇ ਸੀਗੇ ਸਭ ਤੋਂ ਜ਼ਿਆਦਾ ਉਹ ਇੱਥੋਂ ਨਿਕਲ ਰਹੇ ਆ। ਹੁਣ ਇੱਥੇ ਪੰਜਾਬੀ ਯੂਨੀਵਰਸਿਟੀ ਨੇ ਇੱਕ ਸਰਵੇਖਣ ਕਰਾਇਆ ਸੀ ਪ੍ਰਵਾਸ ਬਾਰੇ, ਤੇ ਉਹਨਾਂ ਨੇ ਇਹ ਕਹਿਤਾ ਜੀ ਕਿ ਦੋ ਕੈਟਾਗਰੀ, ਇੱਕ ਜਨਰਲ ਕੈਟਾਗਰੀ ਹੈ, ਇੱਕ ਦਲਿਤ ਕੈਟਾਗਰੀ। ਤੇ ਕਨਕਲੂਜਨ ਇਹ ਕੱਢਿਆ ਕਿ ਜਨਰਲ ਕੈਟਾਗਰੀ ਜਾ ਰਹੀ ਹੈ, ਦਲਿਤ ਨਹੀਂ ਜਾ ਰਹੇ। ਸੋ ਮੈਂ ਉਸ ਦੀ ਬੜੀ ਆਲੋਚਨਾ ਕੀਤੀ। ਮੈਂ ਕਿਹਾ ਵੀ ਇਹਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਇਹ ਜਿਹੀ ਯੂਜ਼ਲੈਸ ਸਟੱਡੀ ਹੈ ਵੀ ਜੇ ਤਾਂ ਜਾਂ ਤਾਂ ਕਾਸਟ ਦਾ ਨਾਂ ਹੀ ਨਾ ਲਓ ਜਾਂ ਜਾਤ ਦੀ ਗੱਲ ਨਾ, ਜੇ ਕਰਨੀ ਹੈ ਤਾਂ ਲੋਕਾਂ ਨੂੰ ਦੱਸੋ। ਇਹਦੇ ਨਾਲ ਮੈਨੂੰ ਨਹੀਂ ਪਤਾ ਲੱਗਦਾ ਜਾ ਰਹੇ ਨਹੀਂ ਜਿਹੜੇ। ਮੇਰਾ ਮਤਲਬ ਕਹਿਣ ਦਾ ਸੀ ਕਿ ਜਨਰਲ ਕੈਟਾਗਰੀ ਨਹੀਂ, ਤੁਸੀਂ ਉਹਦੀ ਕਾਸਟ ਬ੍ਰੇਕਡਾਊਨ ਦੱਸੋ। ਜਨਰਲ ਤਾਂ ਬਹੁਤ ਆ ਜਾਂਦੀਆਂ ਨੇ, ਤੇ ਵੱਖ-ਵੱਖ ਰੁਚੀਆਂ ਨੇ ਉਹਨਾਂ ਦੀ, ਬਾਣੀਆਂ ਹੋਰ ਨੇ, ਖੱਤਰੀ ਹੋਰ ਨੇ, ਬ੍ਰਾਹਮਣ ਹੋਰ ਨੇ, ਜੱਟਾਂ ਦੀ ਰੁਚੀ ਹੋਰ ਹੈ, ਹੋਰਾਂ ਦੀ ਹੋਰ ਹੈ। ਤਾਂ ਮੈਂ ਕਿਹਾ ਜੇ ਸੱਚੀ ਮੁੱਚੇ ਤੁਸੀਂ ਇਸ਼ੂ ਨੂੰ ਐਡਰੈਸ ਕਰਨਾ, ਸੰਬੋਧਿਤ ਹੋਣਾ ਜਾਤ ਦੇ ਨੂੰ, ਕਿ ਸਾਨੂੰ ਫਿਰ ਜਾਤੀ ਬ੍ਰੇਕਡਾਊਨ ਚਾਹੀਦੀ ਹੈ। ਤਾਂ ਉਹ ਕੁਛ ਜਿਹੜੇ ਬਹੁਤ ਵੱਡੇ ਸੁਹਿਰਦ ਬੰਦੇ, ਇਹਨਾਂ ਦਾ ਮੈਂ ਨਾਮ ਹੀ ਲਊਂਗਾ, ਡਾਕਟਰ ਗਿਆਨ ਸਿੰਘ ਜੈਸੇ, ਤਾਂ ਉਹਨਾਂ ਨੇ ਮੇਰੀ ਗੱਲ ਉਹਨਾਂ ਨੂੰ ਜਚੀ
ਉਹਨਾਂ ਨੇ ਆਪਣੇ ਤੇ ਇੱਕ ਵੱਖਰਾ ਸਰਵੇਖਣ ਇਹ ਕੀਤਾ ਕਿ ਕਿਹੜੀ ਜਾਤ ਜਿਹੜੀ ਹੈ, ਜਾਤੀ ਵੰਡ ਕਿਸ ਤਰ੍ਹਾਂ ਰੁਝਾਨ ਪ੍ਰਵਾਸ ਦਾ। ਔਰ ਆਪਾਂ ਕਿਉਂਕਿ ਪਟਿਆਲੇ ਦੀ ਗੱਲ ਹੈ ਤਾਂ ਉਹਨਾਂ ਨੇ ਪਟਿਆਲੇ ਜ਼ਿਲ੍ਹੇ ਦਾ ਇੱਕ ਪਿੰਡ ਚੁਣਿਆ ਔਰ ਉੱਥੇ ਜਿੰਨੇ ਲੋਕ ਗਏ ਆ ਉਹਨਾਂ ਦੀ ਜਾਤ ਪੁੱਛੀ। ਤੁਸੀਂ ਹੈਰਾਨ ਹੋ ਜਾਓ, ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਕੋਈ ਅੰਦਾਜ਼ਾ ਲਾ ਦੇਵੇ ਵੀ ਜੱਟ ਕਿੰਨੀ ਪਰਸੈਂਟੇਜ ਹੋਣਗੇ, ਕੋਈ ਮੇਰਾ ਦਾਅਵਾ ਕੋਈ ਤੁਸੀਂ ਤੁਹਾਡੀ ਸੋਚ ਉੱਥੇ ਤੱਕ ਨਹੀਂ ਪਹੁੰਚੇ। 97% ਦੇ ਲਗਭਗ ਜੱਟ ਸੀਗੇ ਜਿਹੜੇ ਗਏ। ਤਾਂ ਇਹ ਹੈ ਜਿਹੜੇ ਲੋਕਾਂ ਨੇ ਪਟਿਆਲੇ ਦੀ ਨੀਂਹ ਰੱਖੀ, ਜਿਹੜੇ ਪਟਿਆਲੇ ਨੂੰ ਬਣਾਉਣ ਵਾਲੇ ਆ, ਉਹੀ ਹੁਣ ਮਤਲਬ ਪਟਿਆਲਾ ਛੱਡ ਕੇ ਜਾ ਰਹੇ। ਇਹ ਹੈ ਪ੍ਰਵਾਸ, ਇਹ ਹੈ ਸਾਨੂੰ ਖਤਰਾ ਸਾਡੇ ਸੱਭਿਆਚਾਰ। तो खैर चलो बहुत कुछ हो गया, बड़े विषय असी ਜਿਹੜੇ ਛੋਹ ਲਏ। तो एक बारी फिर ਜਿਹੜਾ है मैं बहुत ਜਿਹੜੀ ਲక్ష్ਮੀ ਨਾਰਾਇਣ ਭੀਖੀ ਨੂੰ ਉਹਨਾਂ ਨੇ ਬੜੀ ਵਧੀਆ ਜਿਹੜੀ ਹੈ ਸਾਨੂੰ ਜਾਣਕਾਰੀ ਪੁਸਤਕ ਬਾਰੇ ਦਿੱਤੀ, ਬਹੁਤ ਵਧੀਆ ਢੰਗ ਨਾਲ ਦਿੱਤੀ। ਫਿਰ ਜੇ ਕਹਿੰਦੇ ਸੋਨੇ ਦੇ ਸੁਹਾਗਾ ਦੇ ਆਪਣੇ ਰਤਨ ਸਾਹਿਬ ਨੇ ਕੀਤਾ, ਪਰ ਸਭ ਤੋਂ ਜ਼ਿਆਦਾ ਜੇ ਆਪਾਂ ਸਾਰੇ ਜਾਣੇ ਤੇ ਕਰਨਾ ਧੰਨਵਾਦ ਤੇ ਭੀਮਿੰਦਰ ਦਾ ਕਰੋ। ਭੀਮਿੰਦਰ ਜਿਸ ਬੰਦੇ ਨੇ ਅੱਜ ਸਾਨੂੰ ਇਹੋ ਜਿਹੀਆਂ ਵਧੀਆ ਗੱਲਾਂ ਵਿੱਚ ਮੇਰੀਆਂ ਜਬਲੀਆਂ ਵੀ ਬਾਕੀ ਤੁਹਾਡੀਆਂ ਵਧੀਆ ਗੱਲਾਂ ਪਰ ਸਾਰਿਆਂ ਦੀ ਸੁਣਨ ਦਾ ਸਾਨੂੰ ਮੌਕਾ ਦੇ ਦਿੱਤਾ, ਇਹਦੇ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਧੰਨਵਾਦ ਡਾਕਟਰ ਸਵਰਾਜ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਵਕਤ ਚੋਂ ਸਮਾਂ ਕੱਢ ਕੇ ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਅਸੀਂ ਸਾਰੇ ਜਾਣਦੇ ਹਾਂ ਕਿ ਵੇਦਾਂ ਤੋਂ ਲੈ ਕੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਾਮਰਾਜੀ ਯੁੱਗ ਤੱਕ, ਕਾਰਪੋਰੇਟ ਘਰਾਣਿਆਂ ਦੇ ਯੁੱਗ ਤੱਕ, ਉਹ ਸਾਰੀ ਹਿਸਟਰੀ ਦੇ ਨਾਲ ਸੰਬੰਧਿਤ, ਕਲਚਰ ਨਾਲ, ਹੋਰ ਜਿੰਨਾ ਵੀ ਡਿਵੈਲਪਮੈਂਟ ਇਕਨੋਮਿਕ ਤੌਰ 'ਤੇ ਹੋਈ ਹੈ, ਉਹ ਸਾਰੀਆਂ ਚੀਜ਼ਾਂ ਨੂੰ ਸਮੇਟਦੇ ਹੋਏ ਬਹੁਤ ਹੀ ਵਿਸਥਾਰ ਦੇ ਨਾਲ ਸਾਨੂੰ ਅੱਜ ਦੀ ਪੁਸਤਕ ਜਿਹੜੀ ਅਸੀਂ ਜਿਹਦੇ ਬਾਰੇ ਗੱਲ ਕੀਤੀ ਹੈ ਉਹਦੇ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰਾ ਗਿਆਨ ਉਹਨਾਂ ਨੇ ਸਾਡੀ ਆਪਣੀ ਵਿਰਾਸਤ ਨੂੰ, ਖਾਸ ਤੌਰ 'ਤੇ ਜਦੋਂ ਅਸੀਂ ਇਹਨਾਂ ਦੀ ਮਹੱਤਤਾ ਨੂੰ ਸਮਝਦੇ ਹਾਂ, ਮੈਨੂੰ ਲੱਗਦਾ ਕਿ ਸਾਡੇ ਜਿਹੜੀ ਵਿਦਵਾਨਾਂ ਦੀ ਦਿੱਕਤ ਹੈ ਉਹ ਇਹੀ ਹੈ ਕਿ ਉਹ ਆਪਣੇ ਮਿੱਟੀ ਨੂੰ ਨਾਲ ਲੈ ਕੇ ਨਹੀਂ ਚੱਲਦੇ, ਆਪਣੇ ਕਲਚਰ ਨੂੰ ਕਿਤੇ ਨਾ ਕਿਤੇ ਬਹੁਤ ਇਗਨੋਰ ਕੀਤਾ ਜਾਂਦਾ। ਜਦੋਂ ਅਸੀਂ ਐਨਾਲਿਸਿਸ ਵੀ ਕਰਦੇ ਹਾਂ ਤਾਂ ਸਾਡੇ ਆਪਣੇ ਜਿਹੜੀ ਵਿਰਾਸਤ ਹੁੰਦੀ ਹੈ ਉਹਨੂੰ ਅਸੀਂ ਬਹੁਤ ਘੱਟ ਮਤਲਬ ਉਹਨੂੰ ਰੁਤਬਾ ਦਿੰਦੇ ਹਾਂ। ਸੋ ਪਰ ਡਾਕਟਰ ਸਵਰਾਜ ਸਿੰਘ ਦੀ ਖੂਬਸੂਰਤੀ ਇਹੀ ਹੈ ਕਿ ਉਹ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਮਹੱਤਵ ਦਿੰਦੇ ਆ, ਔਰ ਮੈਨੂੰ ਲੱਗਦਾ ਕਿ ਸਾਡੇ ਐਨਾਲਿਸਿਸ ਦੇ ਵਿੱਚ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਵਿਦਿਆਰਥੀ ਤੁਸੀਂ ਬੈਠੇ ਹੋ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਔਰ ਸੱਚ ਨੂੰ ਜਦੋਂ ਸਮਝਣਾ ਤਾਂ ਮਾਰਕਸ ਦੀ ਮੈਨੂੰ ਫਿਰ ਲਾਈਨ ਯਾਦ ਆਉਂਦੀ ਹੈ ਕਿ ਉਹਨਾਂ ਨੇ ਕਿਹਾ ਕਿ ਟਰੁਥ ਇਜ਼ ਔਨ ਦਾ ਹੋਲ। ਉਹਨੂੰ ਤੁਸੀਂ ਕਿਸੇ ਇੱਕ ਤਰੀਕੇ ਨਾਲ ਨਹੀਂ ਸਮਝ ਸਕਦੇ, ਉਹਨੂੰ ਟੋਟੈਲਿਟੀ ਦੇ ਵਿੱਚ ਹੀ ਟਰੁਥ ਨੂੰ ਸਮਝਿਆ ਜਾ ਸਕਦਾ ਹੈ। ਸੋ ਡਾਕਟਰ ਸਾਹਿਬ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸੱਚਾਈ ਦੇ ਸਾਰੇ ਕੋਨਿਆਂ ਤੋਂ ਉਹਨਾਂ ਨੂੰ ਸਮਝਿਆ ਜਾਏ, ਪਰਖਿਆ ਜਾਏ ਔਰ ਬਾਅਦ ਦੇ ਵਿੱਚ ਕੋਈ ਜਿਹੜਾ ਹੈਗਾ ਸਿੱਟਾ ਕੱਢਿਆ ਜਾਏ। ਸੋ ਡਾਕਟਰ ਸਾਹਿਬ ਤੁਸੀਂ ਬਹੁਤ ਖੂਬਸੂਰਤ ਸਿੱਟੇ ਕੱਢੇ ਨੇ, ਖਾਸ ਤੌਰ 'ਤੇ ਪਟਿਆਲੇ ਨੂੰ ਲੈ ਕੇ, ਕਲਚਰ ਨਾਲ ਜੋੜ ਕੇ, ਸੱਭਿਆਚਾਰ ਨਾਲ ਜੋੜ ਕੇ ਬਹੁਤ ਹੀ ਮਹੱਤਵਪੂਰਨ ਗੱਲਾਂ ਸਾਡੇ ਵਿਦਿਆਰਥੀਆਂ ਨਾਲ, ਸਾਡੇ ਮੌਜੂਦ ਮਹਿਮਾਨਾਂ ਦੇ ਨਾਲ ਗੱਲਾਂ ਕੀਤੀਆਂ ਨੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਖੁੱਲ੍ਹਾ ਸਮਾਂ ਥੋੜ੍ਹਾ ਜਿਹਾ ਅਗਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਡਾਕਟਰ ਸਾਹਿਬ ਦਾ ਕੋਈ ਪ੍ਰੋਗਰਾਮ ਰੱਖੀਏ ਤਾਂ ਸਵੇਰੇ ਤੋਂ ਲੈ ਕੇ ਸ਼ੁਰੂ ਤੱਕ ਮਤਲਬ ਸ਼ਾਮ ਤੱਕ ਹੋਈ ਚੱਲੇ ਔਰ ਬਾਅਦ ਦੇ ਵਿੱਚ ਕੋਈ ਸਵਾਲ ਜਵਾਬ ਹੋਣ, ਮਤਲਬ ਇੱਕ ਦਿਨ ਦਾ ਪੂਰਾ ਲੈਕਚਰ ਡਾਕਟਰ ਸਾਹਿਬ ਤੁਹਾਡਾ ਹੋਏ। ਫਿਰ ਕਿਤੇ ਜਾ ਕੇ ਸਾਡੀ ਪ੍ਰਣਾਲੀ ਜਿਹੜੀ ਹੈ ਤੁਹਾਡੀ ਕੋਈ ਵੀ ਹੋਏਗੀ, ਲੰਗਰ ਵੀ ਟੁੱਟ ਵਰਤਣਾ ਹਾਂ ਨਾਲ ਜਿਹੜਾ ਹੈਗਾ ਉਹ ਫੇਰ ਹੀ ਸਾਰਾ ਜਿਹੜਾ ਹੈਗਾ ਸਾਰਾ ਫਿਰ ਦਿਨ ਬੈਠ ਜਾਗੇ। ਉਹ ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਅਸੀਂ ਕੋਸ਼ਿਸ਼ ਕਰਨੀ ਹੈ। ਸੋ ਡਾਕਟਰ ਸਾਹਿਬ ਤੁਹਾਡਾ, ਮੈਡਮ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਔਰ ਉਹ ਸਾਰਾ ਰਿਕਾਰਡਿੰਗ ਵੀ ਉਹ ਨਾਲ ਕਰ ਰਹੇ ਹੈ। ਸੋ ਉਹਦੇ ਲਈ ਵੀ ਉਹਨਾਂ ਦਾ ਧੰਨਵਾਦ। ਕੁਝ ਮਹਿਮਾਨ ਬਾਅਦ ਦੇ ਵਿੱਚ ਆਏ ਨੇ